श्री राग महला चौथा। दिनस चढ़े फिर आथवे, रैन सबाई जाए। आव घटे नर ना बुझे, नित मूसा लाज टुकाए। दिन चढ़े का मतलब जिवें दिन चढ़दा है, फिर आथवे का मतलब फिर रात पै जांदी। आथवे का मतलब डूब जांदा है, जिवें आथन शब्द है, आथवे का मतलब डूब जांदा है। सबाई का मतलब सारी रात। जिवें दिन चढ़दा है और फिर डूब जांदा है ते सारी रात जिहड़ी है लंघ जांदी है, रात बीत जांदी है। आव घटे नर ना बुझे, नित मूसा लाज चुकाए। आव का मतलब उम्र, आव घटे का मतलब उम्र घटती है। मूसा का मतलब चूहा, लाज का मतलब रस्सी, जिन्हों असीं पंजाबी विच लज कहंदे हुंदे सां। लज, रस्सी। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਦਿਨ ਚੜ੍ਹਦਾ ਹੈ ਫਿਰ ਡੁੱਬ ਜਾਂਦਾ ਹੈ, ਫਿਰ ਸਾਰੀ ਰਾਤ ਚਲੀ ਜਾਂਦੀ ਹੈ, ਇਸੇ ਤਰ੍ਹਾਂ ਮਨੁੱਖ ਦੀ ਜੋ ਉਮਰ ਹੈ ਹਰ ਰਾਤ, ਹਰ ਦਿਨ, ਹਰ ਪਲ ਘਟਦੀ ਜਾਂਦੀ ਹੈ। ਜਿਵੇਂ ਮੂਸਾ ਲਾਜ ਟੁਕਾਏ ਦਾ ਮਤਲਬ ਜਿਵੇਂ ਕੋਈ ਚੂਹਾ ਰੱਸੀ ਨੂੰ ਕੱਟਦਾ ਰਹੇ ਤੇ ਆਖਿਰ ਉਹ ਰੱਸੀ ਕੱਟੀ ਜਾਂਦੀ ਹੈ। ਜਿਵੇਂ ਚੂਹਾ ਰੱਸੀ ਨੂੰ ਟੁਕਦਾ ਜਾਂਦਾ ਹੈ, ਰੱਸੀ ਟੁੱਕੀ ਜਾਂਦੀ ਹੈ, ਜਿਵੇਂ ਰਾਤ ਬੀਤ ਜਾਂਦੀ ਹੈ, ਐਵੇਂ ਹੀ ਹੌਲੇ ਹੌਲੇ ਪਲ ਪਲ ਕਰਕੇ ਮਨੁੱਖ ਦੀ ਸਾਰੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਲੇਕਿਨ ਇਹ ਜੀਵਨ ਦੇ ਸਹੀ ਰਾਸਤੇ ਨੂੰ ਨਹੀਂ ਸਮਝਦਾ, ਔਰ ਇਹ ਵੀ ਨਹੀਂ ਸਮਝਦਾ ਕਿ ਮੇਰੀ ਉਮਰ ਬੀਤਦੀ ਜਾ ਰਹੀ ਹੈ ਤੇ ਮੈਂ ਆਪਣੇ ਜੀਵਨ ਦਾ ਕੋਈ ਮਹਾਨ ਮਨੋਰਥ ਨਹੀਂ ਉਲੀਕਿਆ, ਨਾ ਪ੍ਰਾਪਤ ਕੀਤਾ। ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਲਗ ਮਾਖੀ ਪਚੈ ਪਚਾਏ। ਪਸਰਿਆ ਦਾ ਮਤਲਬ ਖਿਲ ਰਿਹਾ ਹੋਇਆ, ਯਾਨੀ ਪ੍ਰਭਾਵ ਪਾ ਰਿਹਾ। ਮਨਮੁਖ ਦਾ ਮਤਲਬ ਆਪ ਖੁਦਰਾ ਮਨੁੱਖ। ਪਚੈ ਪਚਾਏ ਦਾ ਮਤਲਬ ਖੁਆਰ ਹੁੰਦਾ ਹੈ। ਜਿਵੇਂ ਗੁੜ ਜੀਵਾਂ ਨੂੰ ਮਿੱਠਾ ਲੱਗਦਾ ਹੈ, ਗੁੜ ਮਿੱਠਾ, ਜਿਵੇਂ ਗੁੜ ਜੀਵਾਂ ਨੂੰ ਮਿੱਠਾ ਲੱਗਦਾ ਹੈ, ਤਿਵੇਂ ਮਾਇਆ ਦਾ ਮਿੱਠਾ ਮੋਹ ਪ੍ਰਭਾਵ ਪਾ ਰਿਹਾ ਹੈ। ਮਾਇਆ ਪਸਰਿਆ ਦਾ ਮਤਲਬ ਮਾਇਆ ਦਾ ਮੋਹ ਜ਼ਿੰਦਗੀ ਦੇ ਅੰਦਰ ਪ੍ਰਭਾਵ ਪਾ ਰਿਹਾ ਹੈ। ਮਾਇਆ ਦਾ ਮਤਲਬ ਉਹ ਸੋਚ ਜੋ ਸਾਨੂੰ ਪ੍ਰਭੂ ਨਾਲੋਂ ਤੋੜਦੀ, ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਔਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਇਸ ਮੋਹ ਦਾ ਪ੍ਰਭਾਵ ਪਿਆ ਹੋਇਆ। ਮਨਮੁਖ ਲਗ ਮਾਖੀ ਪਚੈ ਪਚਾਏ, ਜਿਵੇਂ ਮੱਖੀ ਗੁੜ ਦੇ ਉੱਤੇ ਆਣ ਕੇ ਬਹਿੰਦੀ ਹੈ, ਢਿੱਲੇ ਜੇ ਗੁੜ ਤੇ, ਉਸ ਦੇ ਪੈਰ ਉਸ ਵਿੱਚ ਫਸ ਜਾਂਦੇ ਨੇ ਔਰ ਉਹ ਮਰ ਜਾਂਦੀ ਹੈ। ਇਸੇ ਤਰ੍ਹਾਂ ਆਪ ਖੁਦਰਾ ਮਨੁੱਖ ਮਾਇਆਵਿਕ ਸੋਚ ਦੇ ਅੰਦਰ ਲੱਗ ਕੇ ਆਤਮਕ ਮੌਤੇ ਮਰ ਜਾਂਦਾ ਹੈ ਔਰ ਸਾਰੀ ਜ਼ਿੰਦਗੀ ਵਿਸ਼ੇ ਵਿਕਾਰਾਂ ਵਿੱਚ ਹੀ ਫਸਿਆ ਰਹਿੰਦਾ ਹੈ ਔਰ ਆਤਮਕ ਮੌਤ ਸਹਿੜ ਲੈਂਦਾ ਹੈ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਸੋਏ ਸਖਾ ਦਾ ਮਤਲਬ ਦੋਸਤ, ਕਿ ਹੈ ਮੇਰੇ ਭਰਾ, ਮੇਰੇ ਵਾਸਤੇ ਤਾਂ ਪ੍ਰਭੂ ਹੀ ਸੱਚਾ ਸਖਾ ਹੈ, ਸਹਾਇਕ ਹੈ ਔਰ ਮਿੱਤਰ ਹੈ। ਪ੍ਰਭੂ ਹੀ ਮੇਰਾ ਸਹਾਇਕ ਹੈ ਔਰ ਪ੍ਰਭੂ ਹੀ ਮੇਰਾ ਮਿੱਤਰ ਹੈ। ਪ੍ਰਭੂ ਨੂੰ ਮਿੱਤਰ ਬਣਾਉਣ ਦਾ ਮਤਲਬ ਰੱਬੀ ਗੁਣਾਂ ਨੂੰ ਮਿੱਤਰ ਬਣਾਉਣਾ, ਰੱਬੀ ਰਜਾ ਭਾਣੇ ਵਿੱਚ ਤੁਰਨਾ ਔਰ ਰੱਬੀ ਗੁਣਾਂ ਨੂੰ ਮਿੱਤਰ ਬਣਾਉਣਾ। ਲੇਕਿਨ ਰੱਬੀ ਗੁਣਾਂ ਤੋਂ ਬਿਨਾ ਪੁੱਤ ਕਲਤ ਮੋਹ ਬਿਖ ਹੈ, ਅੰਤ ਬੇਲੀ ਕੋਏ ਨਾ ਹੋਏ ਰਹਾਓ। ਪੁੱਤ ਦਾ ਮਤਲਬ ਪੁੱਤਰ ਯਾਨੀ ਔਲਾਦ, ਕਲਤ ਦਾ ਮਤਲਬ ਇਸਤਰੀ ਵਹੁਟੀ ਘਰ ਵਾਲੀ, ਬਿਖ ਦਾ ਮਤਲਬ ਜ਼ਹਿਰ, ਅੰਤ ਦਾ ਮਤਲਬ ਆਖਿਰ ਨੂੰ। ਪੁੱਤਰ ਦਾ, ਇਸਤਰੀ ਦਾ, ਸੰਤਾਨ ਦਾ ਜੋ ਮੋਹ ਹੈ ਉਹ ਜ਼ਹਿਰ ਵਾਲਾ ਹੈ, ਜ਼ਹਿਰ ਦੀ ਤਰ੍ਹਾਂ ਹੈ, ਆਤਮਕ ਜੀਵਨ ਨੂੰ ਮੁਕਾ ਦੇਣ ਵਾਲਾ ਹੈ। ਪੁੱਤਰ ਇਸਤਰੀ ਆਦਿਕ ਵਿੱਚੋਂ ਜਾਂ ਇਹਨਾਂ ਦੇ ਮੋਹ ਦੇ ਵਿੱਚੋਂ ਆਖਿਰ ਕੋਈ ਵੀ ਆਤਮਕ ਜੀਵਨ ਦਾ ਸਹਾਇਕ ਨਹੀਂ ਬਣਦਾ। ਸदैਵੀ ਸੰਗੀ ਸਾਥੀ ਕੋਈ ਵੀ ਨਹੀਂ ਹੈ, ਸਾਥ ਛੱਡ ਜਾਂਦੇ ਨੇ। ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਇੱਥੇ ਪੁੱਤਰ, ਇਸਤਰੀ ਜਾਂ ਧੀ ਜਾਂ ਸੰਤਾਨ ਦੇ ਤਿਆਗ ਦੀ ਗੱਲ ਨਹੀਂ ਕੀਤੀ ਜਾ ਰਹੀ ਕਿ ਆਪਣੇ ਬੱਚਿਆਂ ਦੇ ਨਾਲ ਤੁਸੀਂ ਪਿਆਰ ਨਾ ਕਰੋ ਜਾਂ ਪਰਿਵਾਰ ਨੂੰ ਨਾ ਪਾਲੋ। ਗੱਲ ਇੱਥੇ ਮੋਹ ਦੀ ਕੀਤੀ ਜਾ ਰਹੀ ਹੈ। ਜੋ ਪਰਿਵਾਰ ਦਾ, ਬੱਚਿਆਂ ਦਾ, ਘਰਵਾਲੀ ਦਾ ਮੋਹ ਹੈ ਉਹ ਗਲਤ ਹੈ। ਇਸ ਮੋਹ ਤੋਂ ਉੱਤੇ ਹੋ ਕੇ ਜੀਣਾ ਹੈ। ਅਸੀਂ ਇਹਨੂੰ ਸੌਖੀ ਭਾਸ਼ਾ ਵਿੱਚ ਐਵੇਂ ਸਮਝ ਸਕਦੇ ਹਾਂ, ਜਿਸ ਬੰਦੇ ਦੀ ਜ਼ਿੰਦਗੀ ਦੇ ਅੰਦਰ ਮੋਹ ਹੋਏਗਾ ਉਹ ਆਪਣੇ ਪਰਿਵਾਰ ਦੇ ਵਸੇਬੇ ਖਾਤਰ ਦੂਜੇ ਦੇ ਪਰਿਵਾਰ ਨੂੰ ਉਜਾੜਨ ਤੋਂ ਸੰਕੋਚ ਨਹੀਂ ਕਰੇਗਾ।
ਉਹ ਦੂਜਿਆਂ ਦੀ ਬੇਇੱਜ਼ਤੀ ਵਿੱਚੋਂ ਆਪਣੀ ਇੱਜ਼ਤ ਭਾਲੇਗਾ, ਉਹ ਬੇਗਾਨੇ ਹੱਕ ਖਾਏਗਾ। ਇਸ ਲਈ ਜਿਹੜਾ ਮੋਹ ਹੈ, ਜੇ ਪੁੱਤਰ ਦਾ, ਧੀ ਦਾ, ਪਰਿਵਾਰ ਦਾ, ਆਖਿਰ ਇਹ ਆਤਮਿਕ ਮੌਤ ਲਿਆਉਣ ਵਾਲਾ ਜ਼ਹਿਰ ਹੈ ਤੇ ਇਹਨਾਂ ਦੇ ਵਿੱਚੋਂ ਆਖਰੀ ਆਤਮਿਕ ਜੀਵਨ ਵਿੱਚ ਕੋਈ ਸਹਾਇਕ ਨਹੀਂ ਬਣਦਾ। ਹੁਣ ਇਹਦੇ ਵਿੱਚੋਂ ਅਸੀਂ ਬਚਣਾ ਕਿਵੇਂ ਹੈ, ਔਰ ਧੀਆਂ ਪੁੱਤਰਾਂ, ਇਸਤਰੀ ਜਾਂ ਪਰਿਵਾਰ ਦੇ ਨਾਲ ਰਹਿਣਾ ਕਿਵੇਂ ਹੈ, ਸਹੀ ਤਰੀਕਾ ਕੀ ਹੈ? ਗੁਰੂ ਜੀ ਅਗਲੀ ਪੰਕਤੀ ਵਿੱਚ ਦੱਸ ਰਹੇ ਨੇ, ਗੁਰਮਤਿ ਹਰ ਲਿਵ ਉਬਰੇ, ਅਲਿਪਤ ਰਹੇ ਸਰਣਾਏ। ਉਬਰੇ ਦਾ ਮਤਲਬ ਬਚ ਜਾਂਦੇ ਨੇ, ਅਲਿਪਤ ਦਾ ਮਤਲਬ ਨਿਰਲੇਪ। ਜਿਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ ਰੱਬੀ ਗੁਣਾਂ ਦੇ ਨਾਲ ਲਗਨ ਲਗਾਈ ਰੱਖਦੇ ਨੇ, ਲਿਵ ਲਾਈ ਰੱਖਦੇ ਨੇ, ਪ੍ਰੀਤ ਪਾਈ ਰੱਖਦੇ ਨੇ, ਉਹ ਇਸ ਮੋਹ ਤੋਂ ਬਚ ਜਾਂਦੇ ਨੇ ਔਰ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਨਿਰਲੇਪ ਰਹਿੰਦੇ ਨੇ, ਵਿਕਾਰਾਂ ਤੋਂ, ਮੋਹ ਤੋਂ ਨਿਰਲੇਪ ਰਹਿੰਦੇ ਨੇ। ਇਸ ਲਈ ਅਸੀਂ ਪਰਿਵਾਰ ਦੇ ਅੰਦਰ ਜ਼ਿੰਦਗੀ ਜੀਣੀ ਹੈ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ, ਰੱਬੀ ਗੁਣਾਂ ਦੀ ਲਗਨ ਆਪਣੀ ਜ਼ਿੰਦਗੀ ਵਿੱਚ ਬਣਾ ਕੇ ਰੱਖਣੀ ਹੈ, ਰੱਬੀ ਰਜ਼ਾ ਵਿੱਚ ਤੁਰਨਾ ਹੈ ਔਰ ਅਲੇਪ ਰਹਿਣਾ ਹੈ ਮੇਰ ਤੇਰ ਦੇ ਵਿਤਕਰਿਆਂ ਚੋਂ। ਓਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪੱਤ ਪਾਏ। ਓਨੀ ਦਾ ਮਤਲਬ ਉਹਨਾਂ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ। ਨਿਹਾਲਿਆ ਦਾ ਮਤਲਬ ਵੇਖ ਲਿਆ ਹੈ। ਪੱਤ ਦਾ ਮਤਲਬ ਇੱਜ਼ਤ। ਉਹਨਾਂ ਮਨੁੱਖਾਂ ਨੇ ਇਹ ਚੀਜ਼ ਵੇਖ ਲਈ ਹੈ, ਸਮਝ ਲਈ ਹੈ ਕਿ ਆਖਿਰ ਇਸ ਜਗਤ ਤੋਂ ਚਲੇ ਜਾਣਾ ਹੈ, ਸਰੀਰ ਕਰਕੇ ਹਰ ਇੱਕ ਨੇ ਸੰਸਾਰ ਨੂੰ ਛੱਡ ਦੇਣਾ ਹੈ, ਸਰੀਰਕ ਮੌਤ ਸਾਰਿਆਂ ਦੀ ਹੋ ਜਾਣੀ ਹੈ। ਇੱਕ ਤਾਂ ਉਹਨਾਂ ਨੇ ਇਹ ਚੀਜ਼ ਸਮਝ ਲਈ ਹੈ ਤੇ ਇਸ ਚੀਜ਼ ਨੂੰ ਸਮਝ ਕੇ ਹਰ ਖਰਚ ਲਿਆ ਪੱਤ ਪਾਏ। ਉਹਨਾਂ ਨੇ ਜ਼ਿੰਦਗੀ ਜੀਣ ਵਾਸਤੇ ਰੱਬੀ ਗੁਣਾਂ ਦਾ ਖਰਚਾ ਪੱਲੇ ਬੰਨਿਆ ਹੈ ਔਰ ਜਿਸ ਕਰਕੇ ਉਹਨਾਂ ਨੂੰ ਇਸ ਸੰਸਾਰ ਦੇ ਅੰਦਰ ਇੱਜ਼ਤ ਮਿਲਦੀ ਹੈ। ਉਹਨਾਂ ਦੀ ਸੋਚ ਐਸੀ ਬਣ ਜਾਂਦੀ ਹੈ ਕਿ 4 ਦਿਨ ਦੀ ਜ਼ਿੰਦਗੀ ਵਾਸਤੇ ਵਿਕਾਰਾਂ ਵਿੱਚ ਖਚਤ ਹੋ ਕੇ ਆਤਮਿਕ ਮੌਤੇ ਮਰਨਾ ਜੀਵਨ ਦਾ ਸਹੀ ਫੈਸਲਾ ਕਦੇ ਵੀ ਨਹੀਂ ਹੈ, ਪਹਿਲੀ ਗੱਲ। ਦੂਜੀ ਗੱਲ, ਉਹਨਾਂ ਨੇ ਇਹ ਜਾਣ ਲਈ ਹੈ ਕਿ ਉਹਨੇ ਚੱਲਣ ਸਦਾ ਨਿਹਾਲਿਆ, ਕਿ ਰੱਬੀ ਗੁਣਾਂ ਤੋਂ ਰਹਿਤ ਹੋ ਕੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਬੰਦਾ ਆਤਮਿਕ ਮੌਤੇ ਮਰ ਜਾਂਦਾ ਹੈ। ਉਹਨਾਂ ਨੇ ਇਸ ਚੀਜ਼ ਨੂੰ ਸਮਝ ਲਿਆ ਕਿ ਜੇ ਰੱਬੀ ਗੁਣਾਂ ਦੇ ਨਾਲ ਨਾ ਜੁੜੇ ਤਾਂ ਆਤਮਿਕ ਮੌਤ ਹੋ ਜਾਏਗੀ, ਇਨਸਾਨੀਅਤ ਅੰਦਰੋਂ ਮਰ ਜਾਏਗੀ, ਆਤਮਿਕ ਜੀਵਨ ਬਰਬਾਦ ਹੋ ਜਾਏਗਾ। ਇਸ ਲਈ ਹਰ ਖਰਚ ਲਿਆ ਪੱਤ ਪਾਏ। ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਰੱਬੀ ਗੁਣਾਂ ਦਾ ਖਰਚ ਪੱਲੇ ਬੰਨਿਆ ਹੈ, ਰੱਬੀ ਗੁਣਾਂ ਅਨੁਸਾਰ ਜ਼ਿੰਦਗੀ ਜੀਵੀ ਹੈ ਔਰ ਇੱਜ਼ਤ ਹਾਸਲ ਕੀਤੀ ਹੈ। ਗੁਰਮੁਖ ਦਰਗਾਹ ਮੰਨੀਏ ਹੈ, ਹਰ ਆਪ ਲਏ ਗੱਲ ਲਾਏ। ਮੰਨੀਏ ਦਾ ਮਤਲਬ ਮੰਨੇ ਜਾਂਦੇ ਨੇ, ਮੰਨੇ ਜਾਂਦੇ ਦਾ ਮਤਲਬ ਸਤਿਕਾਰ ਮਿਲਦਾ ਉਹਨਾਂ ਨੂੰ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਰੱਬੀ ਹਜ਼ੂਰੀ ਵਿੱਚ ਸਤਿਕਾਰੇ ਜਾਂਦੇ ਨੇ ਔਰ ਪ੍ਰਭੂ ਉਹਨਾਂ ਨੂੰ ਆਪ ਆਪਣੇ ਗਲ ਲਾ ਲੈਂਦਾ ਹੈ, ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਹੁਣ ਦੇਖੋ, ਜੇ ਰੱਬੀ ਹਜ਼ੂਰੀ ਵਿੱਚ ਸਤਿਕਾਰ ਪਾਣਾ ਹੈ ਔਰ ਪ੍ਰਭੂ ਦੇ ਗਲੇ ਦਾ ਮਿਲਾਪ ਦਾ ਆਨੰਦ ਮਾਣਨਾ ਹੈ ਤਾਂ ਉਹਦੇ ਵਾਸਤੇ ਕੀ ਬਣਨ ਦੀ ਲੋੜ ਹੈ? ਗੁਰਮੁਖ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ। ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ ਉਹ ਪ੍ਰਭੂ ਦੀ ਦਰਗਾਹ ਵਿੱਚ ਰੱਬੀ ਹਜ਼ੂਰੀ ਵਿੱਚ ਸਤਿਕਾਰੇ ਜਾਂਦੇ ਨੇ। ਪ੍ਰਭੂ ਆਪ ਉਹਨਾਂ ਨੂੰ ਆਪਣੇ ਗਲ ਲਾ ਲੈਂਦਾ, ਆਪਣੇ ਵਿੱਚ ਮਿਲਾ ਲੈਂਦਾ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਪੰਥ ਦਾ ਮਤਲਬ ਰਾਸਤਾ, ਪ੍ਰਗਟਾ ਦਾ ਮਤਲਬ ਪ੍ਰਗਟ, ਸਾਫ਼, ਦਰ ਦਾ ਮਤਲਬ ਦਰ ਤੇ ਰੁਕਾਵਟ, ਠਾਕ ਦਾ ਮਤਲਬ ਰੁਕਾਵਟ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ ਜੀਵਨ ਦਾ ਰਾਸਤਾ ਸਾਫ਼ ਪੱਧਰਾ ਦਿਸਦਾ ਹੈ। ਉਹਨਾਂ ਨੂੰ ਜੀਵਨ ਦੇ ਸਹੀ ਰਾਸਤੇ ਦੀ ਸਮਝ ਔਰ ਸੂਝ ਪੈ ਜਾਂਦੀ ਹੈ ਕਿ ਜੀਵਨ ਦਾ ਸਹੀ ਢੰਗ ਕੀ ਹੈ। ਉਹ ਜੀਵਨ ਦੇ ਸਹੀ ਰਾਸਤੇ ਤੇ ਚੱਲਦੇ ਨੇ ਤੇ ਪ੍ਰਭੂ ਦੇ ਦਰ ਤੇ ਪਹੁੰਚਣ ਤੋਂ ਉਹਨਾਂ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਂਦਾ। ਦਰ ਠਾਕ ਨਾ ਕੋਈ ਪਾਏ ਦਾ ਮਤਲਬ ਰੱਬੀ ਦਰ ਤੇ ਪਹੁੰਚਣ ਤੋਂ
ਉਹਨਾਂ ਦੇ ਜੀਵਨ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ, ਨਾ ਕੋਈ ਕਾਮ, ਨਾ ਕੋਈ ਕ੍ਰੋਧ, ਨਾ ਲੋਭ, ਨਾ ਮੋਹ। ਉਹਨਾਂ ਨੂੰ ਸੱਚੇ ਮਾਰਗ ਤੋਂ ਕੋਈ ਵੀ ਨਹੀਂ ਅਟਕਾ ਸਕਦਾ। ਉਹਨਾਂ ਦੇ ਜੀਵਨ ਦਾ ਰਾਸਤਾ ਸਾਫ਼ ਪੱਧਰਾ ਹੁੰਦਾ ਹੈ। ਹਰ ਨਾਮ ਸਲਾਹਨ, ਨਾਮ ਮਨ, ਨਾਮ ਰਹਿਣ ਲਿਵ ਲਾਏ। ਮਨ ਦਾ ਮਤਲਬ ਮਨ ਵਿੱਚ, ਹਰ ਨਾਮ ਦਾ ਮਤਲਬ ਰੱਬੀ ਸਿਫਤ ਸਲਾਹ, ਰੱਬੀ ਹੁਕਮ। ਨਾਮ ਸਲਾਹਨ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਲਿਵ ਲਾਏ ਦਾ ਮਤਲਬ ਲਗਨ ਲਗਾਈ ਰੱਖਦੇ ਨੇ। ਹੁਣ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਮਨੁੱਖ ਦੀ ਨਿਸ਼ਾਨੀ ਕੀ ਹੈ? ਉਹ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਰੱਬੀ ਹੁਕਮ ਉਹਨਾਂ ਦੇ ਮਨ ਵਿੱਚ ਹੁੰਦਾ ਹੈ, ਰੱਬੀ ਹੁਕਮ ਦੀ ਪ੍ਰੀਤ ਉਹਨਾਂ ਦੇ ਮਨ ਵਿੱਚ ਹੈ, ਔਰ ਉਹ ਰੱਬੀ ਸਿਫਤ ਸਲਾਹ, ਰੱਬੀ ਹੁਕਮ ਦੇ ਅੰਦਰ ਹੀ ਆਪਣੀ ਲਗਨ ਲਗਾਈ ਰੱਖਦੇ ਨੇ। ਯਾਨੀ ਰੱਬੀ ਸਿਫਤ ਸਲਾਹ ਕਰਦੇ ਨੇ, ਨਾਮ ਸਲਾਹਨ, ਰੱਬੀ ਗੁਣਾਂ ਦੇ ਧਾਰਨੀ ਹੁੰਦੇ ਨੇ। ਨਾਮ ਮਨ, ਰੱਬੀ ਗੁਣ ਹੀ ਉਹਨਾਂ ਦੇ ਮਨ ਵਿੱਚ, ਮਾਨਸਿਕਤਾ ਵਿੱਚ ਹੁੰਦੇ ਨੇ। ਨਾਮ ਰਹਿਣ ਲਿਵਲਾਏ, ਰੱਬੀ ਸਿਫਤ ਸਲਾਹ ਵਿੱਚ, ਰੱਬੀ ਹੁਕਮ ਵਿੱਚ ਹੀ ਉਹ ਆਪਣੀ ਲਗਨ ਲਗਾਈ ਰੱਖਦੇ ਨੇ। ਉਹਨਾਂ ਨੂੰ ਫਲ ਕੀ ਮਿਲਦਾ ਹੈ? ਅਨਹਦ ਧੁਨੀ ਦਰ ਵੱਜਦੇ, ਦਰ ਸੱਚੇ ਸ਼ੋਭਾ ਪਾਏ। ਅਨਹਦ ਧੁਨੀ ਦਾ ਮਤਲਬ ਇੱਕ ਰਸ ਵੱਜਣ ਵਾਲੇ। ਅਨਹਦ ਦਾ ਮਤਲਬ ਲਗਾਤਾਰ। ਦਰ ਦਾ ਮਤਲਬ ਉਹਨਾਂ ਦੇ ਹਿਰਦੇ ਵਿੱਚ ਦਰ ਵੱਜਦੇ। ਇੱਥੇ ਦਰ ਦਾ ਮਤਲਬ ਉਹਨਾਂ ਦਾ ਹਿਰਦਾ ਹੈ। ਅਗਲੇ ਦਰ ਦਾ ਅਰਥ ਹੈ ਪ੍ਰਭੂ ਦਾ ਦਰ, ਦਰ ਸੱਚੇ, ਸੱਚੇ ਦੇ ਦਰ ਤੇ। ਅਨਹਦ ਧੁਨੀ ਦਰ ਵੱਜਦੇ, ਉਹਨਾਂ ਦੇ ਹਿਰਦੇ ਦੇ ਅੰਦਰ ਲਗਾਤਾਰ ਪ੍ਰਭੂ ਦੀ ਸਿਫਤ ਸਲਾਹ ਦੇ ਵਾਜੇ ਵੱਜਦੇ ਰਹਿੰਦੇ ਨੇ। ਯਾਨੀ ਉਹਨਾਂ ਦੀ ਸੋਚ ਦੇ ਅੰਦਰ, ਮਨ ਦੇ ਅੰਦਰ ਸ਼ੁਭ ਗੁਣਾਂ ਦਾ ਪ੍ਰਭਾਵ ਪਿਆ ਰਹਿੰਦਾ ਹੈ। ਇੱਥੇ ਜੋਗੀਆਂ ਵਾਲੇ ਸ਼ਬਦ ਦੀ ਗੱਲ ਨਹੀਂ ਹੈ ਕਿ ਅੰਦਰ ਬੰਸਰੀ ਵੱਜਦੀ ਹੈ ਜਾਂ ਢੋਲਕੀਆਂ ਵੱਜਦੀਆਂ ਨੇ। ਅਨਹਦ ਦਾ ਮਤਲਬ ਲਗਾਤਾਰ ਇੱਕ ਰਸ ਉਹਨਾਂ ਦੇ ਹਿਰਦੇ ਅੰਦਰ, ਉਹਨਾਂ ਦੀ ਸੋਚ ਅੰਦਰ ਰੱਬੀ ਗੁਣਾਂ ਦਾ ਪ੍ਰਭਾਵ ਪਿਆ ਰਹਿੰਦਾ ਹੈ। ਦਰ ਸੱਚੇ ਸ਼ੋਭਾ ਪਾਏ, ਇਸ ਕਾਰਨ ਉਹ ਸੱਚੇ ਪ੍ਰਭੂ ਦੇ ਦਰ ਤੇ, ਸੱਚੇ ਪ੍ਰਭੂ ਦੀ ਹਜ਼ੂਰੀ ਦੇ ਅੰਦਰ ਸ਼ੋਭਾ ਪਾਉਂਦੇ ਨੇ, ਮਾਣ ਖੱਟਦੇ ਨੇ। ਜਿੰਨੀ ਗੁਰਮੁਖ ਨਾਮ ਸਲਾਹਿਆ, ਤਿਨਾ ਸਭ ਕੋ ਕਹੈ ਸ਼ਾਬਾਸ। ਸਾਬਾਸ ਨਹੀਂ ਪੜਨਾ, ਪਹਿਲੇ ਸੱਸੇ ਦੇ ਪੈਰ ਥੱਲੇ ਬਿੰਦੀ ਲਾਣੀ ਹੈ, ਸ਼ਾਬਾਸ਼, ਸ਼ਾਬਾਸ਼। ਦੂਜੇ ਸੱਸੇ ਪੈਰ ਵੀ ਬਿੰਦੀ, ਸ਼ਾਬਾਸ਼। ਇਹ ਸ਼ਾਬਾਸ਼ ਦਾ ਮਤਲਬ ਸ਼ਾਬਾਸ਼ ਆਖਦਾ ਹੈ, ਵਡਿਆਉਂਦਾ ਹੈ, ਆਦਰ ਦਿੰਦਾ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ, ਉਹਨਾਂ ਨੂੰ ਸਭ ਕੋਈ ਸ਼ਾਬਾਸ਼ ਕਹਿੰਦਾ ਹੈ। ਉਹਨਾਂ ਨੂੰ ਹਰ ਇਨਸਾਨ ਆਦਰ, ਮਾਣ ਔਰ ਸਤਿਕਾਰ ਦਿੰਦਾ ਹੈ। ਤਿਨ ਕੀ ਸੰਗਤ ਦੇਹ ਪ੍ਰਭ, ਮੈਂ ਜਾਚਕ ਕੀ ਅਰਦਾਸ। ਜਾਚਕ ਦਾ ਮਤਲਬ ਮੰਗਤਾ। हे ਪ੍ਰਭੂ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਔਰ ਮੈਂ ਮੰਗਤੇ ਦੀ ਤੇਰੇ ਚਰਨਾਂ ਵਿੱਚ ਅਰਜ਼ੋਈ ਹੈ ਕਿ ਮੈਨੂੰ ਇਹੋ ਜਿਹੇ ਪੁਰਸ਼ਾਂ ਦੀ ਸੰਗਤ ਬਖਸ਼, ਇਹੋ ਜਿਹੇ ਪੁਰਸ਼ਾਂ ਦਾ ਮਿਲਾਪ ਬਖਸ਼ ਜੋ ਤੇਰੀ ਰਜ਼ਾ ਵਿੱਚ ਤੁਰਦੇ ਨੇ, ਜਿਨ੍ਹਾਂ ਦਾ ਜੀਵਨ ਗੁਰਮਤ ਆਸ਼ੇ ਅਨੁਸਾਰ ਹੈ, ਜਿਨ੍ਹਾਂ ਦੀ ਸੋਚ ਵਿੱਚ ਰੱਬੀ ਗੁਣ ਨੇ, ਜੋ ਰੱਬੀ ਰਜ਼ਾ ਦੇ ਅੰਦਰ ਚੱਲ ਰਹੇ ਨੇ। ਮੈਨੂੰ ਐਸੇ ਇਨਸਾਨਾਂ ਦੀ ਸੰਗਤ ਬਖਸ਼, ਮੈਂ ਐਸੇ ਇਨਸਾਨਾਂ ਦੀ ਸੰਗਤ ਕਰਾਂ। ਕਿਉਂ? ਕਿਉਂਕਿ ਜੋ ਜਿਹੋ ਜਿਹੀ ਸੰਗਤ ਵਿੱਚ ਮਿਲੇਗਾ ਉਹੋ ਜਿਹਾ ਫਲ ਖਾਏਗਾ। ਨਾਨਕ ਭਾਗ ਵੱਡੇ ਤਿੰਨ ਗੁਰਮੁਖਾਂ, ਜਿਨ ਅੰਤਰ ਨਾਮ ਪ੍ਰਗਾਸ। ਪ੍ਰਗਾਸ ਦਾ ਮਤਲਬ ਚਾਨਣ ਕਰਦਾ ਹੈ। हे ਨਾਨਕ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਵੱਡੇ ਭਾਗ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਜੋ ਹੁਕਮ ਹੈ, ਪ੍ਰਭੂ ਦਾ ਜੋ ਸਿਫਤ ਸਲਾਹ ਹੈ, ਆਤਮਿਕ ਚਾਨਣ ਪੈਦਾ ਕਰ ਦਿੰਦਾ ਹੈ। ਜਿਨ ਅੰਤਰ ਨਾਮ ਪ੍ਰਗਾਸ, ਨਾਮ ਦਾ ਮਤਲਬ ਸ਼ੁਭ ਗੁਣ, ਜੋ ਰੱਬੀ ਹੁਕਮ ਹੈ, ਰੱਬ ਦੀ ਸਿਫਤ ਸਲਾਹ ਹੈ, ਉਹਨਾਂ ਦੇ ਜੀਵਨ ਦੇ ਅੰਦਰ ਆਤਮਿਕ ਚਾਨਣ ਪੈਦਾ ਕਰ ਦਿੰਦਾ ਹੈ। ਰੱਬੀ ਜੋ ਗਿਆਨ ਹੈ, ਗੁਰੂ ਦਾ ਗਿਆਨ, ਰੱਬੀ ਗੁਣ, ਉਹਨਾਂ ਦੇ ਜੀਵਨ ਦੇ ਅੰਦਰ ਆਤਮਿਕ ਜੀਵਨ ਦਾ ਚਾਨਣ ਪੈਦਾ ਕਰਦਾ ਹੈ। ਚਾਨਣ ਦਾ ਮਤਲਬ ਸੂਝ ਪੈਦਾ ਕਰਦਾ ਹੈ, ਸਮਝ ਪੈਦਾ ਕਰਦਾ ਹੈ। ਸ੍ਰੀ ਰਾਗ ਮਹਿਲਾ ਪੰਜਵਾਂ, ਘਰ ਪਹਿਲਾ।
क्या तू रत्ता देख के पुत्र कलत्र सिंगार। ਇਹਨੂੰ ਰਤਾ ਨਹੀਂ ਪੜਨਾ, ਜੇ ਰਤਾ ਪੜਾਂਗੇ ਤੇ ਇਹਦਾ ਮੀਨਿੰਗ ਹੋ ਜਾਏਗਾ ਰਤਾਹੂ। ਰਾਰੇ ਦੇ ਉੱਤੇ ਅੱਧਕ ਲਗਾ ਕੇ ਰੱਤਾ, ਰੱਤਾ ਦਾ ਮਤਲਬ ਰੰਗਿਆ ਹੋਇਆ, ਮਸਤ। ਪੁੱਤਰ ਕਲਤਰ, ਇਹਨੂੰ ਪੁੱਤਰ ਔਰ ਕਲਤਰ ਨਹੀਂ ਬੋਲਣਾ, ਅੱਧਾ ਰਾਰਾ ਬੋਲਣਾ ਹੈ, ਪੁੱਤਰ ਕਲਤਰ। हे ਮੂਰਖ, ਆਪਣੇ ਪੁੱਤਰਾਂ ਨੂੰ, ਸੰਤਾਨ ਨੂੰ, ਆਪਣੀ ਇਸਤਰੀ ਦੇ ਹਾਵ ਭਾਵ ਨੂੰ ਵੇਖ ਕੇ ਕਿਉਂ ਤੂੰ ਮੋਹ ਦੇ ਅੰਦਰ ਮਸਤ ਹੋ ਰਿਹਾ ਹੈ, ਮੋਹ ਦੇ ਅੰਦਰ ਮਸਤ ਹੋ ਰਿਹਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਧੀਆਂ ਪੁੱਤਰਾਂ ਨੂੰ, ਔਰਤ ਨੂੰ ਦੇਖ ਕੇ ਕੋਈ ਖੁਸ਼ ਨਾ ਹੋਵੇ ਜਾਂ ਉਹਨਾਂ ਦੇ ਨਾਲ ਖੁਸ਼ੀ ਦੇ ਨਾਲ ਨਾ ਰਹੇ, ਗੱਲ ਇਹ ਨਹੀਂ ਹੈ। ਗੱਲ ਇੱਥੇ ਮੋਹ ਦੀ ਹੈ, ਮੋਹ ਦੇ ਅੰਦਰ ਮਸਤ ਰਹਿਣਾ ਔਰ ਦੂਜੇ ਸੰਸਾਰ ਦੀ ਹੋਰ ਦੀ ਕਿਸੇ ਦੀ ਪਰਵਾਹ ਹੀ ਨਾ ਕਰਨੀ। ਰਸ ਭੋਗ ਹੈ ਖੁਸ਼ੀਆਂ ਕਰਹਿ, ਮਾਣਹਿ ਰੰਗ ਅਪਾਰ। ਅਪਾਰ ਦਾ ਮਤਲਬ ਬੇਅੰਤ। ਤੂੰ ਇਸ ਮੋਹ ਦੇ ਅੰਦਰ ਦੁਨੀਆ ਦੇ ਕਈ ਰਸ ਭੋਗਦਾ ਹੈ। ਇੱਥੇ ਰਸ ਭੋਗਣ ਦਾ ਮਤਲਬ ਇਹ ਨਹੀਂ ਹੈ ਕਿ ਪ੍ਰਸ਼ਾਦਾ ਪਾਣੀ ਹੀ ਨਹੀਂ ਛਕਣਾ। ਇੱਥੇ ਰਸ ਭੋਗਣ ਦਾ ਮਤਲਬ ਵਿਸ਼ੇ ਵਿਕਾਰਾਂ ਦੇ ਰਸ ਭੋਗਣੇ, ਖੁਸ਼ੀਆਂ ਕਰੇ ਔਰ ਉਹਨਾਂ ਵਿਸ਼ੇ ਵਿਕਾਰਾਂ ਦੇ ਅੰਦਰ ਤੂੰ ਖੁਸ਼ੀਆਂ ਮਾਣ ਰਿਹਾ। ਇੱਥੇ ਖੁਸ਼ੀ ਦਾ ਮਤਲਬ ਇਹ ਨਹੀਂ ਕਿ ਬੰਦੇ ਨੇ ਖੁਸ਼ ਹੀ ਨਹੀਂ ਰਹਿਣਾ, ਬੰਦੇ ਨੇ ਹਰ ਵਕਤ ਖੁਸ਼ ਰਹਿਣਾ ਹੈ, ਪ੍ਰਸੰਨ ਰਹਿਣਾ ਹੈ, ਆਨੰਦ ਵਿੱਚ ਰਹਿਣਾ ਹੈ, ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਪਰ ਇੱਥੇ ਖੁਸ਼ੀਆਂ ਜੋ ਨੇ ਉਹ ਵਿਕਾਰਾਂ ਦੀਆਂ ਨੇ, ਉਹ ਖੁਸ਼ੀਆਂ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ ਤੂੰ ਦੁਨੀਆ ਦੇ ਵਿਕਾਰਾਂ ਦੇ ਰਸ ਭੋਗਦਾ ਹੈ, ਇਹਨਾਂ ਵਿਕਾਰਾਂ ਵਿੱਚ ਮਸਤ ਹੋ ਕੇ ਖੁਸ਼ੀਆਂ ਮਾਣਦਾ ਹੈ, ਮਾਣੇ ਰੰਗ ਅਪਾਰ, ਤੇ ਅਨੇਕਾਂ ਕਿਸਮ ਦੀਆਂ ਮੌਜਾਂ ਮਾਣ ਰਹੇ, ਵਿਸ਼ੇ ਵਿਕਾਰਾਂ ਵਿੱਚ ਹੀ ਮੌਜਾਂ ਮਾਣੀ ਜਾ ਰਹੇ। ਬਹੁਤ ਕਰਹਿ ਫੁਰਮਾਇਸੀ ਵਰਤਹਿ ਹੋਏ ਅਫਾਰ। ਫੁਰਮਾਇਸੀ ਦਾ ਮਤਲਬ ਇੱਥੇ ਹੈਗਾ ਹੁਕਮ। ਅਫਾਰ ਦਾ ਮਤਲਬ ਹੰਕਾਰੀ, ਆਫਰਿਆ ਹੋਇਆ। ਜਿਵੇਂ ਕਹਿੰਦੇ ਨਾ ਪੇਟ ਆਫਰ ਗਿਆ, ਫਲਾਂ ਬੰਦਾ ਤੇ ਆਫਰਿਆ ਫਿਰਦਾ। ਕਿਸੇ ਦੇ ਅੰਦਰ ਹੰਕਾਰ ਹੋਵੇ, ਕ੍ਰੋਧ ਹੋਵੇ ਤਾਂ ਅਸੀਂ ਕਹਿੰਦੇ ਕਿਉਂ ਐਵੇਂ ਆਫਰਿਆ ਫਿਰਦਾ। ਬਹੁਤ ਕਰੇ ਫੁਰਮਾਇਸ਼ੀ, ਤੂੰ ਬੜੇ ਹੁਕਮ ਕਰਦਾ ਹੈ, ਲੋਕਾਂ ਤੇ ਆਪਣੇ ਹੁਕਮ ਚਲਾਉਂਦਾ ਹੈ। ਵਰਤੇ ਹੋਏ ਅਫਾਰ, ਤੇ ਅਹੰਕਾਰੀ ਹੋ ਕੇ ਲੋਕਾਂ ਦੇ ਨਾਲ ਅਹੰਕਾਰ ਵਾਲਾ ਵਰਤਾਵ ਕਰਦਾ ਹੈ। ਵਰਤੇ ਦਾ ਮਤਲਬ ਵਰਤਦਾ ਹੈ, ਅਫਾਰ ਦਾ ਮਤਲਬ ਆਫਰਿਆ ਹੋਇਆ। ਤੂੰ ਬਹੁਤ ਹੁਕਮ ਚਲਾਉਂਦਾ ਹੈ ਲੋਕਾਂ ਤੇ, ਤੂੰ ਹੰਕਾਰੀ ਹੋ ਕੇ ਲੋਕਾਂ ਦੇ ਨਾਲ ਬਿਹੇਵੀਅਰ ਕਰਦਾ ਹੈ। ਪਰ ਕਰਤਾ ਚਿਤ ਨਾ ਆਵਈ, ਮਨਮੁਖ ਅੰਧ ਕਵਾਰ। हे ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਆਪ ਖੁਦਰੇ, ਮਾਇਆ ਮੋਹ ਵਿੱਚ ਅੰਨੇ ਹੋਏ ਮਨੁੱਖ, ਤੈਨੂੰ ਕਦੇ ਵੀ ਕਰਤਾਰ ਚੇਤੇ ਨਹੀਂ ਆਉਂਦਾ ਕਿ ਸਾਰਿਆਂ ਦੇ ਵਿੱਚ ਰੱਬ ਵਸਦਾ ਹੈ, ਸਾਰੇ ਜਗਤ ਵਿੱਚ ਪ੍ਰਭੂ ਵਸ ਰਿਹਾ ਹੈ, ਤੇਰੇ ਆਪਣੇ ਅੰਦਰ ਰੱਬ ਵਸ ਰਿਹਾ ਹੈ। ਤੈਨੂੰ ਕਦੇ ਵੀ ਰੱਬੀ ਗੁਣ ਯਾਦ ਨਹੀਂ ਆਏ, ਤੈਨੂੰ ਕਦੇ ਵੀ ਪ੍ਰਭੂ ਦੀ ਰਜ਼ਾ ਸਮਝ ਨਹੀਂ ਆਈ, ਕਦੇ ਵੀ ਤੂੰ ਲੋਕਾਂ ਦੇ ਵਿੱਚ ਵਸਦੇ ਰੱਬ ਨੂੰ ਨਹੀਂ ਵੇਖਿਆ, ਤੇ ਐਵੇਂ ਹੀ ਵਿਸ਼ੇ ਵਿਕਾਰਾਂ ਦੇ ਅੰਦਰ ਤੂੰ ਆਪਣੀ ਜ਼ਿੰਦਗੀ ਗਵਾ ਰਿਹਾ ਹੈ। ਤਾਂ ਅੱਗੇ ਸਾਨੂੰ ਉਪਦੇਸ਼ ਕਰਦੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਮੇਰੇ ਮਨ ਸੁਖ ਦਾਤਾ ਹਰ ਸੋਏ। हे ਮੇਰੇ ਮਨ, ਜੋ ਹਰੀ ਹੈ ਸਾਰੀਆਂ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਹੈ। ਪ੍ਰਭੂ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਹੈ। ਦੇਖੋ ਇੱਥੇ ਇੱਕ ਬਹੁਤ ਕੀਮਤੀ ਚੀਜ਼ ਹੈ ਸਮਝਣ ਵਾਲੀ ਕਿ ਰੱਬ ਕੌਣ ਹੈ? ਸੁਖ ਦਾਤਾ। ਉਹ ਦੁੱਖ ਦਾਤਾ ਨਹੀਂ ਹੈ, ਸੁਖ ਦਾਤਾ ਹੈ। ਤਾਂ ਸੁਖ ਦਾਤੇ ਦੇ ਕੋਲ ਤੇ ਹੈ ਹੀ ਸੁਖ ਨੇ। ਔਰ ਇਹ ਚੀਜ਼ਾਂ ਮੈਂ ਬਹੁਤ ਵਾਰ ਵਿਚਾਰ ਚੁੱਕਾ ਕਿ ਇਸ ਦੁਨੀਆ ਦੇ ਅੰਦਰ ਇੱਕ ਵੀ ਚੀਜ਼ ਐਸੀ ਨਹੀਂ ਜੋ ਸਾਨੂੰ ਸੁਖ ਵਾਸਤੇ ਚਾਹੀਦੀ ਹੋਵੇ ਤੇ ਉਹ ਨਾ ਹੋਵੇ। ਚਾਹੇ ਧਰਤੀ ਹੈ, ਚੰद्रमा, ਸੂਰਜ, ਗ੍ਰਹਿ, ਨਕਸ਼ਤਰ, ਪੌਣ, ਪਾਣੀ, ਬੈਸੰਤਰ ਨੇ, ਵਨਸਪਤੀ ਹੈ, ਪਸ਼ੂ ਪੰਛੀ ਨੇ, ਪਹਾੜ ਨੇ, ਨਦੀਆਂ, ਨਾਲੇ, ਝੀਲਾਂ, ਦਰਿਆ ਨੇ, ਜਾਂ ਸਾਡੇ ਧੀਆਂ ਪੁੱਤਰ, ਭੈਣ ਭਰਾ ਨੇ, ਜਾਂ ਸਾਨੂੰ ਰੱਬ ਨੇ ਦਿਮਾਗ ਦਿੱਤਾ ਹੈ। ਹਰ ਚੀਜ਼ ਸੁਖ ਵਾਸਤੇ ਤੇ ਹੈ, ਉਹ ਤੇ ਦੇ ਹੀ ਸੁਖ ਰਿਹਾ ਹੈ, ਪਰ ਸਾਨੂੰ ਹੀ ਵਰਤਣ ਦਾ ਢੰਗ ਨਹੀਂ ਹੈ। ਕਿਸੇ ਸਿਆਣੇ ਇਨਸਾਨ ਨੇ ਬੜਾ ਪਿਆਰਾ ਬਚਨ ਕੀਤਾ ਹੈ, ਕਹਿੰਦਾ ਹੈ ਕਿ ਸੱਜਣਾ ਜ਼ਿੰਦਗੀ ਤੇ ਬਹੁਤ ਸਸਤੀ ਹੈ, ਤੇਰੇ ਜੀਣ ਦੇ ਢੰਗ ਹੀ ਮਹਿੰਗੇ ਨੇ। ਜ਼ਿੰਦਗੀ ਤੇ ਬੜੀ ਸੁਖਦਾਈ ਹੈ, ਤੇਰੇ ਜੀਵਨ ਦੇ ਢੰਗ, ਤੇਰੇ ਸੋਚਣ ਦਾ ਢੰਗ ਹੀ ਦੁਖਦਾਈ।
ਤਾਂ हे ਮੇਰੇ ਮਨ, ਪ੍ਰਭੂ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਹੈ। ਲੇਕਿਨ ਇਹ ਜੋ ਸੁੱਖ ਨੇ ਮਿਲਦੇ ਕਿਵੇਂ? ਰੱਬ ਸੁੱਖਾਂ ਦੀ ਬਰਸਾਤ ਕਰ ਰਿਹਾ ਹੈ, ਸੁੱਖਾਂ ਦੀ ਸੰਭਾਵਨਾ ਸਾਡੇ ਅੰਦਰ ਹੈ, ਪਰ ਮਿਲਣਗੇ ਕਿਵੇਂ? ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਕਰਮ ਪ੍ਰਾਪਤ ਹੋਏ ਦਾ ਮਤਲਬ ਭਾਗਾਂ ਦੇ ਨਾਲ ਮਿਲਦਾ ਹੈ। ਭਾਗਾਂ ਦਾ ਮਤਲਬ ਇਹ ਨਹੀਂ ਕਿ ਲਿਖੀ ਹੋਈ ਕਿਸਮਤ ਜਿਹੜੀ ਪਿੱਛੋਂ ਲਿਖੀ ਆਈ ਹੈ। ਭਾਗ ਅਸੀਂ ਆਪ ਲਿਖਦੇ ਹਾਂ। ਆਪਣੇ ਭਾਗ ਦੇ ਅੰਦਰ, ਆਪਣੇ ਹਿੱਸੇ ਦੇ ਅੰਦਰ ਕੀ ਲਿਖਿਆ ਹੈ? ਸਾਂ ਨੈਗੇਟਿਵਿਟੀ ਜਾਂ ਪੋਜ਼ਿਟਿਵਿਟੀ। ਆਪਣਾ ਸੁਭਾਅ ਅਸੀਂ ਕਿਵੇਂ ਦਾ ਬਣਾਇਆ ਹੈ? ਲੜਾਕਾ, ਗੁਸੈਲ, ਲੋਭ ਲਾਲਚ ਵਾਲਾ, ਜਾਂ ਸਤ ਸੰਤੋਖ, ਦਇਆ, ਧਰਮ, ਧੀਰਜ ਵਾਲਾ। ਜੋ ਅਸੀਂ ਰੋਜ਼ ਲਿਖ ਰਹੇ ਹਾਂ ਉਹਨਾਂ ਕਰਮਾਂ ਅਨੁਸਾਰ ਹੀ ਮਿਲਦਾ। ਤਾਂ ਗੁਰੂ ਦੀ ਕਿਰਪਾ ਦੇ ਨਾਲ ਉਸ ਪ੍ਰਭੂ ਨੂੰ, ਰੱਬੀ ਗੁਣਾਂ ਨੂੰ ਪਾਇਆ ਜਾਂਦਾ ਹੈ ਔਰ ਉਹ ਪ੍ਰਭੂ ਭਾਗਾਂ ਦੇ ਨਾਲ ਮਿਲਦਾ ਹੈ। ਰਹਾਓ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ। ਰੂਪਾ ਦਾ ਮਤਲਬ ਚਾਂਦੀ, ਸੋਇਨਾ ਦਾ ਮਤਲਬ ਸੋਨਾ, ਤੇ ਖਾਕ ਦਾ ਮਤਲਬ ਇੱਥੇ ਸਵਾ ਨਹੀਂ ਹੈ, ਮਿੱਟੀ ਨਹੀਂ ਹੈ, ਇੱਥੇ ਖਾਕ ਦਾ ਮਤਲਬ ਹੈ ਧਰਤੀ। ਕੱਪੜ ਦਾ ਮਤਲਬ ਕੱਪੜੇ ਵਿੱਚ, ਕੱਪੜੇ ਹੰਡਾਣ ਵਿੱਚ। ਭੋਗ ਦੇ ਗੱਗੇ ਨਾਲ ਸਿਹਾਰੀ, ਭੋਗ ਵਿੱਚ ਯਾਨੀ ਭੋਗ ਬਿਲਾਸਾਂ ਵਿੱਚ। ਲਪਟਾਇਆ ਦਾ ਮਤਲਬ ਮਸਤ ਹੈ। ਕਿ ਹੇ ਮੂਰਖ ਮਨੁੱਖ, ਤੂੰ ਰੱਬੀ ਗੁਣਾਂ ਨੂੰ ਛੱਡ ਕੇ ਖਾਣ ਵਿੱਚ, ਹੰਡਾਣ ਵਿੱਚ ਮਸਤ ਹੋ ਰਿਹਾ ਹੈ। ਤੂੰ ਸੋਨਾ, ਚਾਂਦੀ, ਧਰਤੀ ਇਕੱਠੀ ਕਰਨ ਦੇ ਵਿੱਚ ਹੀ ਮਸਤ ਹੈ। ਖਾਣ ਵਿੱਚ, ਹੰਡਾਣ ਵਿੱਚ, ਸੋਨਾ, ਚਾਂਦੀ, ਧਰਤੀ ਇਕੱਠੀ ਕਰਨ ਦੇ ਵਿੱਚ ਹੀ ਮਸਤ ਹੈ। ਗੁਣਾਂ ਤੋਂ ਸੱਖਣਾ ਹੈ, ਰੱਬੀ ਰਜਾ ਤੋਂ ਦੂਰ ਹੈ। ਇਸ ਹੀ ਚਿਤਨਾ ਪਾਵਹੀਂ ਬਿਸਰਿਆ ਸਭ ਸਾਖ। ਬਿਸਰਿਆ ਸਭ ਸਾਖ। ਪਾਵਹੀਂ ਦਾ ਮਤਲਬ ਪਾਵੇਂ, ਤੂੰ ਪਾਉਂਦਾ ਹੈ, ਲਿਆਉਂਦਾ ਹੈ। ਸਾਖ ਦਾ ਮਤਲਬ ਸੰਬੰਧੀ। ਤੂੰ ਮਾਇਆ ਦੀ ਸੋਚ ਅੰਦਰ, ਵਿਕਾਰਾਂ ਦੀ ਮਸਤੀ ਵਿੱਚ ਇੰਨਾ ਮਸਤ ਹੋਇਆ ਹੈ ਕਿ ਤੂੰ ਤੇ ਆਪਣੇ ਸਾਖ ਸੰਬੰਧੀਆਂ ਨੂੰ ਵੀ ਭੁਲਾ ਬੈਠਾ ਹੈ। ਕਿਸੇ ਹੀ ਚੇਤਨਾ ਪਾਵਹੀਂ, ਕਿਸੇ ਨੂੰ ਤੂੰ ਆਪਣੇ ਚਿੱਤ ਵਿੱਚ ਨਹੀਂ ਲਿਆਉਂਦਾ। ਬਿਸਰਿਆ ਸਭ ਸਾਖ, ਤੈਨੂੰ ਤੇ ਸਾਰੇ ਸਾਖ ਸੰਬੰਧੀ ਵੀ ਵਿਸਰੇ ਹੋਏ ਨੇ। ਔਰ ਹਕੀਕਤ ਅੱਜ ਦੇ ਮਨੁੱਖ ਦੀ ਇਹੀ ਹੈ, ਸਾਰਿਆਂ ਦੀ ਨਹੀਂ, ਬਹੁਤਿਆਂ ਦੀ। ਦੇਖੋ, ਜੇ ਅਸੀਂ ਆਪਣੀ ਜ਼ਿੰਦਗੀ ਵੱਲ ਇੱਕ ਝਾਤ ਮਾਰੀਏ, ਸਮਾਜ ਵਿੱਚ ਚੌਗਿਰਦੇ ਜੋ ਰੱਬ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ, ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ, ਜੇ ਆਪਾਂ ਉਹਨਾਂ ਦੀ ਗੱਲ ਕਰੀਏ ਜਿਹਦੇ ਵਿੱਚ ਅਸੀਂ ਆਪ ਵੀ ਸਾਰੇ ਸ਼ਾਮਲ, ਜੇ ਮੇਰੀ ਆਪਣੇ ਧੀਆਂ ਨਾਲ, ਪੁੱਤਰਾਂ ਨਾਲ, ਭੈਣਾਂ ਨਾਲ, ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ, ਆਂਢੀਆਂ ਗੁਆਂਢੀਆਂ ਨਾਲ ਵੀ ਨਹੀਂ ਬਣਦੀ, ਤਾਂ ਮੇਰੀ ਰੱਬ ਨਾਲ ਕਿੱਥੋਂ ਬਣੇਗੀ? ਜੇ ਮੇਰੇ ਅੰਦਰ ਆਪਣੇ ਭੈਣਾਂ, ਭਰਾਵਾਂ, ਰਿਸ਼ਤੇਦਾਰਾਂ, ਬੱਚਿਆਂ, ਪਤਨੀ ਵਾਸਤੇ ਵੀ ਇਮਾਨਦਾਰੀ ਨਹੀਂ ਹੈ, ਮੈਂ ਪਤਨੀ ਅੱਗੇ ਵੀ ਝੂਠ ਬੋਲਦਾ, ਬੱਚਿਆਂ ਅੱਗੇ ਵੀ ਝੂਠ ਬੋਲਦਾ, ਯਾਰਾਂ ਦੋਸਤਾਂ ਨਾਲ ਵੀ ਝੂਠ ਬੋਲਦਾ ਹਾਂ, ਤਾਂ ਮੈਂ ਰੱਬ ਨੂੰ ਕਿਵੇਂ ਪਾ ਲਾਂਗਾ? ਮੈਨੂੰ ਤੇ ਇਹ ਵੀ ਭੁੱਲਿਆ ਹੋਇਆ ਕਿ ਮੈਂ ਆਪਣੇ ਸੱਜਣਾ ਮਿੱਤਰਾਂ ਨਾਲ ਤੇ ਝੂਠ ਨਾ ਬੋਲਾਂ। ਬੋਲਣਾ ਤੇ ਕਿਸੇ ਅੱਗੇ ਵੀ ਨਹੀਂ ਚਾਹੀਦਾ। ਕਿਸੇ ਚੇਤਨਾ ਪਾਵੇ, ਕੋਈ ਵੀ ਚੇਤੇ ਨਹੀਂ। ਇੱਥੋਂ ਤੱਕ ਕਿ ਰਿਸ਼ਤੇਦਾਰ, ਸੱਜਣ ਮਿੱਤਰ ਵੀ ਚੇਤੇ ਵਿੱਚ ਨਹੀਂ। ਇੰਨਾ ਬੰਦਾ ਮਸਤ ਹੈ ਨਾ ਵਿਕਾਰਾਂ ਦੇ ਅੰਦਰ। ਤੇ ਜਿਹੜਾ ਬੰਦਾ ਇੰਨਾ ਮਸਤ ਹੋਵੇ ਵਿਸ਼ੇ ਵਿਕਾਰਾਂ ਵਿੱਚ, ਉਹ ਰੱਬ ਨੂੰ ਕਿੱਥੋਂ ਪਾ ਲਏਗਾ? ਉਹ ਸ਼ਾਂਤੀ ਕਿੱਥੋਂ ਪਾ ਲਏਗਾ? ਕਾਸ਼ ਸਾਨੂੰ ਇਹ ਗੱਲਾਂ ਸਮਝ ਆ ਜਾਣ ਔਰ ਅਸੀਂ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਸੋਚ ਅੰਦਰ ਵਸਾਈਏ, ਤਾਂ ਸਾਡੀ ਜ਼ਿੰਦਗੀ ਬਦਲ ਜਾਏ, ਸਾਡੇ ਰਿਸ਼ਤਿਆਂ ਨਾਤਿਆਂ ਦੇ ਅੰਦਰ ਆਨੰਦ ਬਣ ਜਾਏ, ਖੇੜੇ ਔਰ ਖੁਸ਼ੀਆਂ ਬਣ ਜਾਣ। ਸਿਰਜਣਹਾਰ ਭੁਲਾਇਆ ਵਿਣ ਨਾਮੈ ਨਾ ਪਾਕ। ਨਾ ਪਾਕ ਦਾ ਮਤਲਬ ਗੰਦਾ, ਮਲੀਨ, ਅਪਵਿੱਤਰ। ਤੂੰ ਸਿਰਜਣਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੋਇਆ ਹੈ। ਵਿਣ ਨਾਮੈ ਨਾ ਪਾਕ, ਰੱਬੀ ਹੁਕਮ ਤੋਂ ਤੂੰ ਵਾਂਝਾ ਹੈ, ਰੱਬੀ ਸਿਫਤ ਸਲਾਹ ਤੋਂ ਵਾਂਝਾ ਹੈ ਔਰ ਅਪਵਿੱਤਰ ਹੈ, ਗੰਦਾ ਹੈ। ਸਿਰਜਣਹਾਰ ਨੇ ਤੈਨੂੰ ਭੁਲਾ ਦਿੱਤਾ ਹੋਇਆ, ਆਪਣੇ ਮਨੋਂ ਲਾ ਦਿੱਤਾ ਹੈ। ਸਿਰਜਣਹਾਰ ਨੇ ਤੈਨੂੰ ਆਪਣੇ ਮਨੋਂ ਲਾ ਦਿੱਤਾ ਹੈ, ਕਿਉਂਕਿ ਵਿਣ ਨਾਮੈ ਨਾ ਪਾਕ, ਤੂੰ ਬਿਨਾਂ ਪ੍ਰਭੂ ਦੀ ਸਿਫਤ ਸਲਾਹ ਤੋਂ ਅਪਵਿੱਤਰ ਹੈ, ਗੰਦਾ ਹੈ। ਰੱਬ ਤੈਨੂੰ ਆਪਣੇ ਵਿੱਚ ਕਿਵੇਂ ਮਿਲਾ ਲਵੇ? ਰੱਬ ਦਾ ਮਿਲਾਪ ਤੈਨੂੰ ਕਿਵੇਂ ਹੋ ਜਾਏ? ਔਰ ਇਹ ਸਿੰਪਲ ਗੱਲ ਹੈ ਸਮਝਣ ਲਈ।
कि कोई करैक्टरलैस बंदा होवे, चोर होवे, डाकू होवे, लुटेरा होवे, नशई होवे, ਤਾਂ ਕੀ ਅਸੀਂ ਉਹਨੂੰ ਆਪਣੇ ਘਰ ਆਉਣ ਦੀ ਇਜਾਜ਼ਤ ਦਿੰਦੇ ਹਾਂ ਕਿ ਉਹ ਸਾਡੇ ਘਰ ਆਵੇ? ਅਸੀਂ ਤੇ ਸਗੋਂ ਆਪਣੇ ਰਿਸ਼ਤੇਦਾਰਾਂ ਨੂੰ ਕਈ ਵਾਰ ਰੋਕਦੇ ਹਾਂ ਕਿ ਫਲਾਂ ਬੰਦੇ ਨੂੰ ਯਾਰ ਨਾ ਬੁਲਾਇਆ ਜੀ, ਸਾਰਾ ਵਿਆਹ ਸ਼ਾਦੀ ਦਾ ਮਜ਼ਾ ਕਿਰਕਿਰਾ ਕਰ ਦੇਗਾ, ਉਹਨੂੰ ਘਰ ਵੜਨ ਵਾਲਾ ਬੰਦਾ ਨਹੀਂ ਹੈ। ਤੇ ਜੇ ਅਸੀਂ ਐਸੇ ਇਨਸਾਨਾਂ ਨੂੰ ਆਪਣੇ ਘਰਾਂ ਵਿੱਚ ਨਹੀਂ ਵੜਨ ਦਿੰਦੇ ਤਾਂ ਰੱਬ ਦੇ ਘਰ ਵਿੱਚ ਅਸੀਂ ਵੜਨ ਦੀ ਉਮੀਦ ਕਿਵੇਂ ਕਰ ਸਕਦੇ ਹਾਂ? ਤਾਂ ਗੁਰੂ ਜੀ ਕਹਿੰਦੇ ਨੇ, ਰੱਬੀ ਗੁਣਾ ਤੋਂ ਸਖਣਾ ਜੋ ਮਨੁੱਖ ਹੈ ਉਹ ਮਾਨਸਿਕ ਤੌਰ ਤੇ ਅਪਵਿੱਤਰ ਰਹਿੰਦਾ ਹੈ, ਉਹ ਰੱਬ ਨੂੰ ਭੁੱਲਿਆ ਰਹਿੰਦਾ ਹੈ ਔਰ ਪ੍ਰਭੂ ਦੇ ਹਿਰਦੇ ਤੋਂ ਵੀ ਲੱਥਾ ਰਹਿੰਦਾ ਹੈ। ਤੇ ਬੰਦਾ ਕਰ ਕੀ ਰਿਹਾ ਹੈ ਰੱਬੀ ਗੁਣਾ ਨੂੰ ਭੁਲਾ ਕੇ? ਪੈਸਾ ਇਕੱਠਾ ਕਰ ਰਿਹਾ ਹੈ, ਪ੍ਰਾਪਰਟੀ ਇਕੱਠੀ ਕਰ ਰਿਹਾ ਹੈ, ਤੇ ਉਹਨੂੰ ਮਿਲਦਾ ਕਿ ਇਹ ਲੈਂਦਾ ਵੱਧ ਦੁਆਏ ਤੂੰ, ਇੱਥੇ ਲੈਦਾ ਨਹੀਂ ਪੜਨਾ, ਲੈਂਦਾ, ਲੈਂਦਾ ਵੱਧ ਦੁਆਏ ਤੂੰ, ਮਾਇਆ ਕਰਹਿ ਇਕੱਤ, ਇਕਤ ਨਹੀਂ ਇਕੱਤ। हे ਮੂਰਖ, ਧੱਕੇ ਤੋੜੇ ਕਰਕੇ ਤੂੰ ਮਾਇਆ ਇਕੱਤਰ ਕਰ ਰਿਹਾ ਹੈ, ਪੈਸਾ ਇਕੱਤਰ ਕਰ ਰਿਹਾ ਹੈ, ਪ੍ਰਾਪਰਟੀ ਇਕੱਤਰ ਕਰ ਰਿਹਾ ਹੈ। ਇੱਥੇ ਮਾਇਆ ਦਾ ਮਤਲਬ ਹੈ ਪ੍ਰਾਪਰਟੀ। ਲੈਂਦਾ ਵੱਧ ਦੁਆਏ ਤੂੰ, ਤੇ ਲੋਕਾਂ ਦੀਆਂ ਬਦਦੁਆਵਾਂ ਲੈ ਰਿਹਾ, ਲੋਕਾਂ ਦੀਆਂ ਬਦਦੁਆਵਾਂ ਲੈ ਕੇ, ਬੇਗਾਨੇ ਹੱਕ ਖਾ ਕੇ, ਠੱਗੀਆਂ ਠੋਰੀਆਂ ਕਰਕੇ ਤੂੰ ਪੈਸਾ ਇਕੱਠਾ ਕਰ ਰਿਹਾ ਹੈ, ਲੋਕਾਂ ਦੀਆਂ ਬਦਦੁਆਵਾਂ ਲੈ ਰਿਹਾ, ਲੋਕਾਂ ਦੇ ਦਿਲ ਦੁਖਾ ਰਿਹਾ। ਜਿਸ ਨੂੰ ਤੂੰ ਪਤਿਆਏਂਦਾ ਸੋ ਸਣ ਤੁਝੇ ਅਨਿਤ, ਜਿਸ ਨੂੰ ਦਾ ਮਤਲਬ ਜਿਸ ਪਰਿਵਾਰ ਨੂੰ, ਪਤਿਆਏ ਦਾ ਮਤਲਬ ਤੂੰ ਖੁਸ਼ ਕਰਨਾ ਚਾਹੁੰਦਾ ਹੈ, ਖੁਸ਼ ਕਰ ਰਿਹਾ ਹੈ, ਲੋਕਾਂ ਦੀਆਂ ਠੱਗੀਆਂ ਠੋਰੀਆਂ ਮਾਰ ਕੇ, ਬੇਗਾਨੇ ਹੱਕ ਲਿਆ ਕੇ ਘਰਦਿਆਂ ਨੂੰ ਦੇ ਰਿਹਾ ਤੇ ਉਹਨਾਂ ਨੂੰ ਖੁਸ਼ ਕਰ ਰਿਹਾ। ਸੋ ਦਾ ਮਤਲਬ ਉਹ, ਸਣ ਦਾ ਮਤਲਬ ਸਮੇਤ, ਅਨਿਤ ਦਾ ਮਤਲਬ ਨਾਸ਼ਮਾਨ। ਜਿਸ ਪਰਿਵਾਰ ਨੂੰ ਠੱਗੀਆਂ ਠੋਰੀਆਂ ਮਾਰ ਕੇ, ਲੋਕਾਂ ਦੀਆਂ ਬਦਦੁਆਵਾਂ ਲੈ ਕੇ, ਜਿਸ ਪਰਿਵਾਰ ਨੂੰ ਤੂੰ ਖੁਸ਼ ਕਰਨਾ ਚਾਹੁੰਦਾ ਹੈ, ਉਹ ਤੇਰੇ ਸਮੇਤ ਨਾਸ਼ਵੰਤ ਹੈ। ਇੱਕ ਦਿਨ ਤੂੰ ਹੀ ਮਰ ਜਾਣਾ, ਤੇਰੇ ਪਰਿਵਾਰ ਨੇ ਵੀ ਮਰ ਜਾਣਾ, ਤੇਰਾ ਵੀ ਨਾਸ਼ ਹੋ ਜਾਣਾ, ਪਰਿਵਾਰ ਦਾ ਵੀ ਹੋ ਜਾਣਾ, ਕਿਉਂਕਿ ਰਹਿਣਾ ਤੇ ਕਿਸੇ ਵੀ ਨਹੀਂ, ਉਹ ਤੇ ਨਾਸ਼ਵੰਤ। ਇਸ ਲਈ ਇੱਥੇ ਪਰਿਵਾਰ ਪਾਲਣ ਤੋਂ ਨਹੀਂ ਵਰਜਿਆ ਜਾ ਰਿਹਾ, ਇੱਥੇ ਠੱਗੀਆਂ ਠੋਰੀਆਂ ਔਰ ਦੂਜਿਆਂ ਨੂੰ ਦੁੱਖ ਦੇਣ ਤੋਂ ਵਰਜਿਆ ਜਾ ਰਿਹਾ। ਅਹੰਕਾਰ ਕਰਹਿ ਅਹੰਕਾਰੀਆ, ਵਿਆਪਿਆ ਮਨ ਕੀ ਮਤ। ਵਿਆਪਿਆ ਦਾ ਮਤਲਬ ਫਸਿਆ ਹੋਇਆ। ਇਹ ਅਹੰਕਾਰੀ ਆਪਣੇ ਮਨ ਦੀ ਮਤ ਦੇ ਦਬਾਅ ਹੇਠਾਂ ਹੋਇਆ ਹੈ, ਆਪਣੇ ਮਨ ਦੀ ਮਤ ਦੇ ਦਬਾਅ ਹੇਠਾਂ ਆਇਆ ਹੋਇਆ ਹੈ, ਮਨ ਦੀ ਮਤ ਕਰ ਰਿਹਾ ਹੈ, ਆਪ ਖੁਦਰਾ ਹੈ, ਤੇ ਤੂੰ ਅਹੰਕਾਰ ਕਰਦਾ ਹੈ। ਆਪਣੇ ਮਨ ਦੀ ਮਤ ਕਰਦਾ ਹੋਇਆ, ਮਨ ਦੀ ਮਤ ਦੇ ਪ੍ਰਭਾਵ ਥੱਲੇ ਆਇਆ ਹੋਇਆ ਇਹ ਅਹੰਕਾਰੀ ਬੰਦੇ, ਤੂੰ ਅਹੰਕਾਰ ਕਰਦਾ ਹੈ, ਮਾਨ ਕਰਦਾ ਹੈ। ਤਿਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ। ਜਿਸ ਮੰਦਭਾਗੀ ਜੀਵ ਨੂੰ ਪ੍ਰਭੂ ਨੇ ਆਪ ਹੀ ਭੁਲਾ ਦਿੱਤਾ ਹੋਵੇ, ਪ੍ਰਭੂ ਦੀ ਹਜ਼ੂਰੀ ਵਿੱਚ ਨਾ ਉਹਦੀ ਜਾਤ ਦਾ ਮੁੱਲ ਪੈਂਦਾ ਹੈ, ਨਾ ਉਹਨੂੰ ਕੋਈ ਦੁਨੀਆ ਵਾਲੀ ਇੱਜ਼ਤ ਮਿਲਦੀ ਹੈ। ਦੁਨੀਆ ਵਾਲੀ ਜਾਤ ਪਾਤ ਦਾ ਰੱਬੀ ਦਰਗਾਹ ਦੇ ਵਿੱਚ, ਰੱਬੀ ਦਰ ਤੇ ਕੋਈ ਮੁੱਲ ਨਹੀਂ ਹੈ, ਕੋਈ ਵੈਲਿਊ ਨਹੀਂ ਹੈ, ਕਿਉਂਕਿ ਜਾਤ ਪਾਤ ਤਾਂ ਫੱਕੜ ਜਾਤੀ, ਫੱਕੜ ਨਾ ਹੋ। ਜੇ ਸੰਸਾਰ ਅੰਦਰ ਮਾਣ ਆਦਰ ਪਾਣਾ ਹੈ ਤਾਂ ਉੱਚੀ ਜਾਤ ਕਰਕੇ ਜਾਂ ਬਹੁਤ ਸਾਰੇ ਧਨ ਦੌਲਤ ਕਰਕੇ ਨਹੀਂ, ਮਾਣ ਮਿਲਦਾ ਹੈ ਗੁਣਾ ਕਰਕੇ, ਮਾਣ ਮਿਲਦਾ ਹੈ ਇਨਸਾਨੀਅਤ ਕਰਕੇ। ਤੇ ਜਿਹਨੂੰ ਪ੍ਰਭੂ ਨੇ ਹੀ ਭੁਲਾਇਆ ਹੋਵੇ, ਕੁਰਾਏ ਪਾਇਆ ਹੋਵੇ, ਭਾਵ ਜੋ ਰੱਬੀ ਰਜ਼ਾ ਤੋਂ ਉਲਟ ਚੱਲਦਾ ਹੋਵੇ, ਨਾ ਉਹਨੂੰ ਮਾਣ ਮਿਲਦਾ ਹੈ, ਨਾ ਉਹਦੀ ਕਿਸੇ ਉੱਚੀ ਨੀਵੀਂ ਜਾਤ ਨੂੰ ਹੀ ਕੋਈ ਪੁੱਛਦਾ ਹੈ, ਸਗੋਂ ਆਪਣੀ ਜ਼ਿੰਦਗੀ ਗਵਾ ਲੈਂਦਾ ਹੈ। ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ। ਹੁਣ ਸਾਨੂੰ ਸਮਝਾ ਰਹੇ ਨੇ ਕਿ ਜ਼ਿੰਦਗੀ ਦਾ ਸਹੀ ਰਾਸਤਾ ਕੀ ਹੈ, ਇਸ ਸੰਸਾਰ ਵਿੱਚ ਅਸੀਂ ਕਿਵੇਂ ਜੀ ਸਕਦੇ ਹਾਂ। ਸਤਿਗੁਰ ਦਾ ਮਤਲਬ ਸਤਿਗੁਰ ਨੇ, ਪੁਰਖ ਦਾ ਮਤਲਬ ਪੁਰਖ ਨੇ। ਸਤਿਗੁਰ ਪੁਰਖ ਦਾ ਮਤਲਬ ਅਕਾਲ ਪੁਰਖ ਦੇ ਰੂਪ ਗੁਰੂ ਨੇ। ਰੱਬ ਦੇ ਰੂਪ ਗੁਰੂ ਨੇ ਜਿਸ ਮਨੁੱਖ ਨੂੰ ਸੱਜਣ ਪ੍ਰਭੂ ਮਿਲਾ ਦਿੱਤਾ, ਜੋ ਇੱਕੋ ਹੈ, ਜੋ ਸਭ ਥਾਵਾਂ ਤੇ ਵਿਆਪਕ ਹੈ,
ਉਹ ਉਹਦਾ ਰਾਖਾ ਹੈ, ਜਿਹਨੂੰ ਗੁਰੂ ਨੇ, ਰੱਬ ਰੂਪ ਗੁਰੂ ਨੇ ਇੱਕ ਸੱਜਣ ਦੇ ਨਾਲ ਮਿਲਾ ਦਿੱਤਾ, ਰੱਬੀ ਗੁਣ ਬਖਸ਼ਿਸ਼ ਕਰ ਦਿੱਤੇ, ਜਿਹਨੂੰ ਇਹ ਚੀਜ਼ ਸਮਝਾ ਦਿੱਤੀ ਕਿ ਚਾਰ ਚਫੇਰੇ ਪ੍ਰਭੂ ਪਸਰਿਆ, ਜਿਹਦੀ ਸੁਰਤ ਉਸ ਪ੍ਰਭੂ ਦੇ ਵਿੱਚ ਮਿਲ ਗਈ। हर जन का राखा एक है, क्या मानस हूमे रोए। मानस बहुवचन है मनुख, रोए का मतलब रोंदा है। हर जन का राखा एक है, ਤਾਂ ਜੋ ਰੱਬ ਦਾ ਪਿਆਰਾ ਹੈ ਉਹਦਾ ਰਾਖਾ ਪ੍ਰਭੂ ਆਪ ਹੈ, ਪਰ ਦੁਨੀਆ ਦੇ ਬੰਦੇ ਉਹਦਾ ਕੁਝ ਵਿਗਾੜ ਨਹੀਂ ਸਕਦੇ। ਹਉਮੈ ਰੋਏ ਦਾ ਮਤਲਬ ਜੋ ਹਉਮੈ ਦੇ ਅੰਦਰ ਫਸਿਆ ਹੋਇਆ ਬੰਦਾ ਹੈ ਉਹ ਰੋਂਦਾ ਹੈ, ਉਹ ਦੁਖੀ ਹੁੰਦਾ ਹੈ। ਜੋ ਰੱਬ ਦਾ ਪਿਆਰਾ ਹੈ ਉਹਦਾ ਰਾਖਾ ਪ੍ਰਭੂ ਆਪ ਹੈ। ਮਨੁੱਖ ਦੁਨੀਆ ਦੇ ਉਹਦਾ ਕੁਝ ਵਿਗਾੜ ਨਹੀਂ ਸਕਦੇ, ਉਹਦੇ ਆਤਮਿਕ ਜੀਵਨ ਦਾ ਕੁਝ ਨਹੀਂ ਵਿਗਾੜ ਸਕਦੇ, ਤੇ ਜਿਹੜੇ ਹਉਮੈ ਦੇ ਅੰਦਰ ਫਸਿਆ ਹੋਇਆ ਮਨੁੱਖ ਹੈ ਉਹ ਹਮੇਸ਼ਾ ਦੁਖੀ ਰਹਿੰਦਾ ਹੈ। ਹੁਣ ਹਰਜਨ ਦਾ ਰਾਖਾ ਰੱਬ ਕਿਵੇਂ ਹੈ, ਇਹ ਚੀਜ਼ਾਂ ਆਪਾਂ ਐਕਸਪਲੇਨ ਕਰ ਚੁੱਕੇ ਹਾਂ ਬਹੁਤ ਵਾਰੀ। ਜਿਹੜਾ ਹਰੀ ਦਾ ਜਨ ਹੈ ਨਾ ਉਹ ਝੂਠ ਨਹੀਂ ਬੋਲੇਗਾ। ਬਾਈ ਦਿਵੇ ਅੰਦਰ ਕਿਤੇ ਝੂਠ ਬੋਲਣ ਦਾ ਸੰਸਕਾਰ ਪੈਦਾ ਹੋਣ ਲੱਗੇ ਤਾਂ ਅੰਦਰੋਂ ਆਵਾਜ਼ ਆਏਗੀ ਕੂੜ ਬੋਲ ਮੁਰਦਾਰ ਖਾਏ। ਲੇਕਿਨ ਜਿਹੜਾ ਹਉਮੈ ਵਿੱਚ ਫਸਿਆ ਹੋਇਆ ਹੈ ਉਹ ਇਨਸਾਨ ਦੁਖੀ ਔਰ ਅਸ਼ਾਂਤ ਰਹੇਗਾ। ਜੋ ਹਰਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੇ ਕੋਈ। ਹੁਣ ਜੋ ਹਰਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੇ ਕੋਈ, ਇਸ ਤੇ ਅਰਥ ਕਰਨ ਲੱਗਿਆ ਕੁਝ ਇਸ ਤਰ੍ਹਾਂ ਕਰਨਾ ਹੈ ਕਿ ਹਰ ਭਾਵੈ ਜਨ ਸੋ ਕਰੇ। ਇਹਦੇ ਵਿੱਚੋਂ ਆਪਾਂ ਇਸ ਤਰ੍ਹਾਂ ਕਰਨਾ ਹੈ, ਹਰ ਭਾਵੈ ਜੋ ਹਰ ਭਾਵੈ ਜਨ ਸੋ ਕਰੇ, ਕਿ ਜੋ ਰੱਬ ਨੂੰ ਪਾਉਂਦਾ ਹੈ ਰੱਬ ਦਾ ਪਿਆਰਾ ਉਹ ਕਰਦਾ ਹੈ। ਜੋ ਰੱਬ ਨੂੰ ਪਾਉਂਦਾ ਹੈ ਰੱਬ ਦਾ ਪਿਆਰਾ ਉਹ ਕਰਦਾ ਹੈ। ਦਰ ਫੇਰ ਨਾ ਪਾਵੇ ਕੋਈ, ਫੇਰ ਦਾ ਮਤਲਬ ਮੋੜਾ। ਪ੍ਰਭੂ ਤੇ ਦਰ ਤੋਂ ਫਿਰ ਉਹਨੂੰ ਮੋੜਾ ਨਹੀਂ ਪੈਂਦਾ, ਰੱਬ ਦੇ ਦਰ ਤੋਂ ਉਹਨੂੰ ਮੋੜਾ ਨਹੀਂ ਪੈਂਦਾ, ਮਤਲਬ ਉਹ ਪ੍ਰਭੂ ਦੇ ਨਾਲ ਉਹਦਾ ਮਿਲਾਪ ਹੋ ਜਾਂਦਾ ਹੈ। ਰੱਬ ਦਾ ਪਿਆਰਾ ਉਹ ਕਰਦਾ ਹੈ ਜੋ ਪ੍ਰਭੂ ਨੂੰ ਪਾਉਂਦਾ ਹੈ, ਇਸ ਕਰਕੇ ਕਦੀ ਵੀ ਉਹਨੂੰ ਪ੍ਰਭੂ ਦੇ ਦਰ ਤੋਂ ਮੋੜਾ ਨਹੀਂ ਪੈਂਦਾ, ਭਾਵ ਉਹ ਰੱਬ ਦੇ ਵਿੱਚ ਭੇਦ ਹੋ ਜਾਂਦਾ ਹੈ। ਨਾਨਕ ਰੱਤਾ ਰੰਗ ਹਰ, ਸਭ ਜਗ ਮਹਿ ਚਾਨਣ ਹੋਏ। ਹਰੀ ਦੇ ਪਿਆਰ ਵਿੱਚ ਰੰਗਿਆ ਹੋਇਆ ਹੋਣ ਕਰਕੇ ਉਹ ਹਰੀ ਜਨ ਸਾਰੇ ਸੰਸਾਰ ਵਿੱਚ ਚਾਨਣ ਕਰਦਾ ਹੈ। ਇੱਕ ਤਾਂ ਇਹਦਾ ਅਰਥ ਹੀ ਕੀਤਾ ਹੈ। ਦੂਜਾ ਅਰਥ ਕੀਤਾ ਹੈ ਰੰਗ ਦਾ ਮਤਲਬ ਪ੍ਰੇਮ ਵਿੱਚ, ਚਾਨਣ ਦਾ ਮਤਲਬ ਚਾਨਣ ਯਾਨੀ ਚਾਨਣ ਮੁਨਾਰਾ। ਨਾਨਕ ਰੱਤਾ ਰੰਗ ਹਰ, ਕਿ ਹੇ ਨਾਨਕ ਜਿਹੜਾ ਮਨੁੱਖ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਸਾਰੇ ਜਗਤ ਵਾਸਤੇ ਚਾਨਣ ਮੁਨਾਰਾ ਬਣ ਜਾਂਦਾ ਹੈ, ਆਈਡੀਅਲ ਪਰਸਨ ਬਣ ਜਾਂਦਾ ਹੈ। ਉਹ ਇਨਸਾਨ ਚਾਨਣ ਮੁਨਾਰਾ ਬਣ ਜਾਂਦਾ ਹੈ ਸਾਰੇ ਸੰਸਾਰ ਲਈ ਜੋ ਰੱਬੀ ਰੰਗ ਵਿੱਚ ਰੰਗਿਆ ਹੋਇਆ ਹੈ। ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਜੀ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਕਿੰਨੇ ਵੱਡੇ ਚਾਨਣ ਮੁਨਾਰੇ ਨੇ ਨਾ। ਤਾਂ ਰੱਬ ਦਾ ਪਿਆਰਾ ਜੋ ਰੱਬੀ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਜਗਤ ਵਾਸਤੇ ਚਾਨਣ ਮੁਨਾਰਾ ਬਣ ਜਾਂਦਾ ਹੈ। ਸ੍ਰੀ ਰਾਗ ਮਹਿਲਾ ਪੰਜਵਾਂ। ਮਨ ਬਿਲਾਸ ਬਹੁ ਰੰਗ ਕਣਾ, ਦ੍ਰਿਸ਼ਟ ਭੂਲ ਖੁਸ਼ੀਆਂ। ਬਿਲਾਸ ਦਾ ਮਤਲਬ ਖੇਲ ਤਮਾਸ਼ਾ, ਬਹੁ ਰੰਗ ਦਾ ਮਤਲਬ ਕਈ ਰੰਗਾਂ ਦਾ, ਭੂਲ ਦਾ ਮਤਲਬ ਭੁੱਲ ਕੇ, ਦ੍ਰਿਸ਼ ਦਾ ਮਤਲਬ ਨਜ਼ਰ ਨਿਗਾਹ। ਜੇ ਕਿਸੇ ਮਨੁੱਖ ਦੇ ਮਨ ਵਿੱਚ ਕਈ ਕਿਸਮਾਂ ਦਾ ਚਾਅ ਮਲਾਰ ਹੋਵੇ, ਜੇ ਉਹਦੀ ਨਿਗਾਹ ਦੁਨੀਆ ਦੀਆਂ ਖੁਸ਼ੀਆਂ ਵਿੱਚ ਵੀ ਭੁੱਲੀ ਰਹੇ, ਯਾਨੀ ਸੋਚ ਦੇ ਅੰਦਰ ਇਹ ਚੱਲਦਾ ਰਹੇ ਕਿ ਮੈਂ ਰੰਗ ਤਮਾਸ਼ੇ ਮੰਨਣੇ ਨੇ, ਉਹਦੀ ਨਜ਼ਰ ਦੁਨੀਆ ਦੀਆਂ ਖੁਸ਼ੀਆਂ ਤੇ ਲੱਗੀ ਰਹੇ, ਵਿਸ਼ੇ ਵਿਕਾਰਾਂ ਦੀਆਂ ਤੇ। ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਸੇ ਪਰੀਆਂ, ਪਰੀਆਂ ਨਹੀਂ ਪੜਨਾ, ਪਰੀਆਂ। ਛਤਰ ਧਾਰ ਬਾਦਸ਼ਾਹੀਆਂ ਦਾ ਮਤਲਬ ਉਹ ਬਾਦਸ਼ਾਹੀਆਂ ਜਿਨ੍ਹਾਂ ਦੀ ਬਰਕਤ ਦੇ ਨਾਲ ਸਿਰ ਉੱਤੇ ਛਤਰ ਟਿਕੇ ਹੋਣ। ਸਹਿਸਾ ਦਾ ਮਤਲਬ ਸਹਿਮ, ਫਿਕਰ, ਡਰ, ਚਿੰਤਾ। ਜੇ ਮਨੁੱਖ ਨੂੰ ਅਜਿਹੀਆਂ ਬਾਦਸ਼ਾਹੀਆਂ ਵੀ ਮਿਲੀਆਂ ਹੋਣ ਕਿ ਸਿਰ ਤੇ ਛਤਰ ਝੂਲਦੇ ਹੋਣ, ਲੇਕਿਨ ਰੱਬੀ ਰਜ਼ਾ ਭਾਣੇ ਤੋਂ ਬਿਨਾ ਰਿਆਂ ਇਹ ਸਾਰੀਆਂ ਚੀਜ਼ਾਂ ਸਹਿਮ ਵਿੱਚ ਪਾਈ ਰੱਖਦੀਆਂ ਨੇ।
ਸਹਿਮ ਔਰ ਚਿੰਤਾ ਬਾਦਸ਼ਾਹੀਆਂ ਦੇ ਵਿੱਚ ਵੀ ਨਹੀਂ ਮੁੱਕਦਾ ਜੇਕਰ ਮਨੁੱਖ ਨੂੰ ਜੀਵਨ ਦਾ ਢੰਗ ਨਹੀਂ ਹੈ। ਤਾਂ ਸੁੱਖ ਕਿੱਥੋਂ ਮਿਲੇਗਾ ਫਿਰ? ਭਾਈ ਰੇ ਸੁਖ ਸਾਧ ਸੰਗ ਪਾਇਆ। ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ। ਇਹ ਭਾਈ ਗੁਰੂ ਦੀ ਸ਼ਰਨ ਵਿੱਚ ਸੁਖ ਮਿਲਦਾ ਹੈ। ਸੁਖ ਮਿਲਦਾ ਹੈ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ। ਸੁਖ ਮਿਲਦਾ ਹੈ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਇਆ। ਲਿਖਿਆ ਲੇਖ ਤਿਨ ਪੁਰਖ ਵਿਧਾਤਾ, ਦੁੱਖ ਸਹਿਸਾ ਮਿਟ ਗਿਆ ਰਹਾਉ। ਤਿੰਨ ਦਾ ਮਤਲਬ ਉਸਨੇ, ਪੁਰਖ ਦਾ ਮਤਲਬ ਜੋ ਸਮਾਇਆ ਹੋਇਆ ਪ੍ਰਭੂ ਹੈ, ਵਿਧਾਤੇ ਦਾ ਮਤਲਬ ਸਿਰਜਣਹਾਰ ਨੇ, ਅਕਾਲ ਪੁਰਖ ਸਿਰਜਣਹਾਰ ਨੇ ਜੋ ਲੇਖ ਲਿਖਿਆ ਹੈ, ਜੋ ਉਸ ਲੇਖ ਮੁਤਾਬਕ ਜ਼ਿੰਦਗੀ ਜੀਂਦਾ ਹੈ ਤਾਂ ਉਹਦਾ ਦੁੱਖ ਔਰ ਉਹਦਾ ਸਹਿਮ ਦੂਰ ਹੋ ਜਾਂਦਾ। ਲਿਖਿਆ ਲੇਖ ਤਿਨ ਪੁਰਖ ਵਿਧਾਤੇ, ਜੋ ਲੇਖ ਪੁਰਖ ਵਿਧਾਤੇ ਸਿਰਜਣਹਾਰ ਪ੍ਰਭੂ ਨੇ ਲਿਖਿਆ ਹੈ ਉਹਦੇ ਮੁਤਾਬਕ ਜ਼ਿੰਦਗੀ ਜੀਵਿਆਂ ਦੁੱਖ ਔਰ ਸੰਸਾ ਮਿਟ ਜਾਂਦਾ ਹੈ। ਹੁਣ ਇੱਥੇ ਲੇਖ ਦਾ ਮਤਲਬ ਮੱਥੇ ਤੇ ਲਿਖਿਆ ਲੇਖ ਨਹੀਂ ਹੈ, ਇੱਥੇ ਲੇਖ ਦਾ ਮਤਲਬ ਹੈ ਹੁਕਮ। ਦੇਖੋ ਆਪਾਂ, ਮੈਂ ਬੇਨਤੀ ਕੀਤੀ ਸੀ ਨਾ, ਲੇਖ, ਰਜ਼ਾ, ਭਾਣਾ, ਹੁਕਮ, ਇਹਨਾਂ ਸਾਰਿਆਂ ਦਾ ਮਤਲਬ ਹੈ ਰਜ਼ਾ ਜਾਂ ਭਾਣਾ, ਜਾਂ ਨੂੰ ਅਸੀਂ ਸਿਸਟਮ ਸ਼ਬਦ ਕਹਿ ਸਕਦੇ ਹਾਂ। ਸਿਸਟਮ ਕੁਦਰਤ ਦੇ ਜੋ ਬਜਵੇਂ ਨਿਯਮ ਨੇ, ਜਿਵੇਂ ਆਪਾਂ ਜਪਜੀ ਸਾਹਿਬ ਜੀ ਦੇ ਵਿੱਚ ਵਿਚਾਰਿਆ ਸੀ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਜੋ ਸ਼ੁਰੂ ਤੋਂ ਹੀ ਹੁਕਮ, ਸਿਸਟਮ, ਕੁਦਰਤੀ ਨਿਯਮ ਚਲੇ ਆਉਂਦੇ ਨੇ। ਤਾਂ ਲਿਖਿਆ ਲੇਖ ਤਿਨ ਪੁਰਖ ਵਿਧਾਤੇ ਦਾ ਮਤਲਬ ਜੋ ਪ੍ਰਭੂ ਦਾ ਹੁਕਮ ਹੈ ਉਸ ਹੁਕਮ ਅਨੁਸਾਰ ਜ਼ਿੰਦਗੀ ਜੀਵਿਆਂ ਦੁੱਖ ਔਰ ਸੰਸਾ ਮਿਟ ਜਾਂਦਾ ਹੈ। ਜੇਤੇ ਥਾਨ ਥਨੰਤਰਾਂ ਤੇਤੇ ਭਵ ਆਇਆ। ਭਵ ਆਇਆ ਦਾ ਮਤਲਬ ਭੌਂ ਭੌਂ ਕੇ ਆ ਗਿਆ। ਧਰਤੀ ਦੇ ਜਿੰਨੇ ਵੀ ਸੋਹਣੇ ਸੋਹਣੇ ਥਾਂ ਨੇ, ਜੇ ਕੋਈ ਮਨੁੱਖ ਸਾਰਿਆਂ ਨੂੰ ਭੌਂ ਭੌਂ ਕੇ ਵੇਖ ਲਵੇ, ਸਾਰੇ ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਵਿਚਰ ਲਵੇ, ਘੁੰਮ ਲਵੇ, ਵੇਖ ਲਵੇ, ਧਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ। ਧਨ ਪਾਤੀ ਦਾ ਮਤਲਬ ਧਨਾੜ, ਭੂਮੀਆਂ ਦਾ ਮਤਲਬ ਭੂਮੀ ਦਾ ਮਾਲਕ, ਪਰਿਆ ਦਾ ਮਤਲਬ ਮਰ ਗਿਆ। ਜੇ ਕੋਈ ਬਹੁਤ ਧਨਾੜ ਹੋਵੇ ਔਰ ਬਹੁਤ ਭੂਮੀ ਦਾ ਮਾਲਕ ਹੋਵੇ ਤੇ ਮੇਰੀ ਮੇਰੀ ਆਖ ਕੇ ਮੈਂ ਮੇਰੀ ਦੇ ਚੱਕਰ ਵਿੱਚ ਉਹ ਆਤਮਿਕ ਮੌਤੇ ਮਰਿਆ ਰਹਿੰਦਾ ਹੈ। ਪਰਿਆ ਦਾ ਮਤਲਬ ਪਿਆ, ਮਰ ਗਿਆ, ਆਤਮਿਕ ਮੌਤੇ ਮਰ ਗਿਆ। ਬੇਸ਼ੱਕ ਸਾਰੀ ਦੁਨੀਆ ਨੂੰ ਉਹ ਘੁੰਮ ਲਵੇ, ਬੇਸ਼ੱਕ ਬੜਾ ਅਮੀਰ ਹੋ ਜਾਏ, ਧਨ ਦਾ ਮਾਲਕ ਹੋਵੇ, ਭੂਮੀ ਦਾ ਮਾਲਕ ਹੋਵੇ, ਪਰ ਜੇ ਉਹਦੇ ਅੰਦਰ ਮੈਂ ਮੇਰੀ ਹੈ ਤਾਂ ਰੱਬੀ ਗੁਨਾਹ ਤੋਂ ਬਿਨਾਂ ਉਹ ਆਤਮਿਕ ਮੌਤੇ ਮਰਿਆ ਰਹਿੰਦਾ ਹੈ। ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ। ਅਫਰਿਆ ਦਾ ਮਤਲਬ ਆਫਰਿਆ ਹੋਇਆ, ਹੰਕਾਰੀ। ਨਿਸੰਗ ਦਾ ਮਤਲਬ ਝਾਕਾ ਲਾ ਕੇ। ਅਸੀਂ ਕਹਿੰਦੇ ਨਾ ਵੀ ਝਾਕਾ ਨਾ ਕਰ, ਝਾਕਾ ਲਾ ਕੇ ਕੰਮ ਕਰ। ਜੇ ਕੋਈ ਮਨੁੱਖ ਡਰ, ਖਤਰਾ, ਝਾਕਾ ਲਾ ਕੇ ਲੋਕਾਂ ਉੱਤੇ ਹੁਕਮ ਚਲਾਏ, ਹੁਕਮ ਚਲਾਏ ਨਿਸੰਗ ਹੋਏ, ਝਾਕਾ ਲਾ ਕੇ ਲੋਕਾਂ ਤੇ ਹੁਕਮ ਚਲਾਏ, ਵਰਤੈ ਅਫਰਿਆ ਤੇ ਆਕੜ ਔਰ ਹੰਕਾਰ ਵਾਲਾ ਲੋਕਾਂ ਦੇ ਨਾਲ ਵਰਤਾਵ ਕਰੇ। ਸਭ ਕੋ ਵਸਗਤ ਕਰ ਲਿਓਨ ਬਿਨ ਨਾਵੇਂ ਖਾਕ ਰਲਿਆ। ਸਭ ਕੋ ਦਾ ਮਤਲਬ ਸਭ ਕੋਈ, ਵਸਗਤ ਦਾ ਮਤਲਬ ਵਸ ਵਿੱਚ, ਲਿਓਨ ਦਾ ਮਤਲਬ ਲਿਆ ਹੈ ਉਸਨੇ, ਖਾਕ ਦਾ ਮਤਲਬ ਮਿੱਟੀ। ਜੇ ਉਸਨੇ ਹਰੇਕ ਨੂੰ ਆਪਣੇ ਵਸ ਵਿੱਚ ਵੀ ਕਰ ਲਿਆ ਹੋਵੇ, ਬਿਨ ਨਾਵੇਂ ਖਾਕ ਰਲਿਆ, ਤਾਂ ਰੱਬੀ ਗੁਨਾਹ ਤੋਂ ਬਿਨਾਂ, ਰੱਬੀ ਸਿਫਤ ਸਲਾਹ ਤੋਂ ਬਿਨਾਂ ਖਾਕ ਰਲਿਆ ਦਾ ਮਤਲਬ ਮਿੱਟੀ ਵਿੱਚ ਮਿਲ ਜਾਂਦਾ ਹੈ। ਉਹ ਮਿੱਟੀ ਵਿੱਚ ਮਿਲਣ ਦਾ ਮਤਲਬ ਕਿ ਆਪਣੇ ਜੀਵਨ ਨੂੰ ਵਿਅਰਥ ਗਵਾ ਲੈਂਦਾ ਹੈ, ਉਹਦੀ ਕੀਮਤ ਸਵਾ ਵੀ ਨਹੀਂ ਹੁੰਦੀ, ਉਹਦਾ ਆਤਮਿਕ ਜੀਵਨ ਬਰਬਾਦ ਹੋ ਜਾਂਦਾ ਹੈ। ਕੋਟ 33 ਸੇਵਕਾਂ, ਕੋਟ 33 ਸੇਵਕਾ, ਇੱਥੇ ਸੇਵਕਾ ਨਹੀਂ ਬੋਲਣਾ, ਸੇਵਕਾ। ਸਿੱਧ ਸਾਧਕ ਦਰ ਖਰਿਆ। ਕੋਟ 33 ਦਾ ਮਤਲਬ 33 ਕਰੋੜ ਦੇਵਤੇ। ਸਾਧਕ ਦਾ ਮਤਲਬ ਯੋਗ ਸਾਧਨਾ ਵਿੱਚ ਲੱਗੇ ਹੋਏ ਸਾਧਕ। ਸਿੱਧ ਦਾ ਮਤਲਬ ਯੋਗ ਸਾਧਨਾ ਵਿੱਚ ਪੁਗੇ ਹੋਏ ਜੋਗੀ। ਦਰ ਖਰਿਆ ਦਾ ਮਤਲਬ ਉਹਦੇ ਦਰਵਾਜ਼ੇ ਤੇ ਖਲੋਤੇ ਰਹਿਣ।
ਜੇ ਕੋਈ ਇੰਨਾ ਮਹਾਨ ਆਪਣੇ ਆਪ ਨੂੰ ਅਖਵਾਏ ਕਿ 33 ਕਰੋੜ ਦੇਵਤੇ ਉਹਦੇ ਸੇਵਕ ਬਣ ਜਾਣ, ਸਿੱਧ ਔਰ ਸਾਧਿਕ ਉਹਦੇ ਦਰ ਤੇ ਖਲੋਤੇ ਰਹਿਣ, ਗਿਰਮਬਾਰੀ ਵੱਡ ਸਾਹਿਬੀ ਸਭ ਨਾਨਕ ਸੁਪੰਥੀਆ। ਗਿਰਮਬਾਰੀ ਦਾ ਮਤਲਬ ਗਿਰਾਂਬਾਰੀ, ਗਿਰਾਂਬਾਰੀ ਦਾ ਮਤਲਬ ਭਾਰੀ ਜ਼ਿੰਮੇਵਾਰੀ, ਭਾਰੀ ਜ਼ਿੰਮੇਵਾਰੀ। ਸਾਹਿਬੀ ਦਾ ਮਤਲਬ ਹਕੂਮਤ, ਥੀਆ ਦਾ ਮਤਲਬ ਹੋ ਜਾਂਦਾ ਹੈ। ਜੇ ਕੋਈ ਇੰਨੀ ਵੱਡੀ ਹਕੂਮਤ ਦਾ ਮਾਲਕ ਬਣ ਜਾਏ, ਬਹੁਤ ਵੱਡੀ ਭਾਰੀ ਉਹਨੂੰ ਜ਼ਿੰਮੇਦਾਰੀ ਵੀ ਮਿਲੀ ਹੋਵੇ, ਲੇਕਿਨ ਗੁਰੂ ਦੇ ਦੱਸੇ ਰਾਹ ਤੇ ਤੁਰਨ ਤੋਂ ਬਿਨਾ, ਰੱਬੀ ਗੁਣਾਂ ਤੋਂ ਬਿਨਾ, ਇਹ ਸਭ ਕੁਝ ਆਖਰ ਸੁਪਨਾ ਹੀ ਹੋ ਜਾਂਦਾ ਹੈ। ਸੁਪਨੇ ਦੇ ਪਦਾਰਥਾਂ ਦੀ ਤਰ੍ਹਾਂ ਵਿਅਰਥ ਹੀ ਹੋ ਜਾਂਦਾ ਹੈ, ਅਸਲੀਅਤ ਨਹੀਂ ਹੁੰਦੀ ਸੁੱਖਾਂ ਦੀ। ਮਤਲਬ ਕਿ ਜਿਵੇਂ ਸੁਪਨਾ ਖਤਮ ਹੋ ਜਾਂਦਾ, ਉਵੇਂ ਇਹਨਾਂ ਚੀਜ਼ਾਂ ਨੇ ਵੀ ਖਤਮ ਹੋ ਜਾਣਾ। ਇੰਨਾ ਕੁਝ ਹੋਣ ਦੇ ਬਾਵਜੂਦ ਜੇ ਮਨੁੱਖੀ ਜ਼ਿੰਦਗੀ ਵਿੱਚ ਸ਼ੁਭ ਗੁਣ ਨਹੀਂ, ਸੱਚਾਈ ਨਹੀਂ, ਦਇਆ ਨਹੀਂ, ਪ੍ਰੇਮ ਨਹੀਂ, ਨਿਮਰਤਾ ਨਹੀਂ, ਤਾਂ ਇਹ ਸਾਰੇ ਪਦਾਰਥ ਸੁਪਨੇ ਦੀ ਨਿਆਈ ਨੇ। ਮਤਲਬ ਕਿ ਆਤਮਿਕ ਜੀਵਨ ਦੇ ਅੰਦਰ ਸੁਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਨਹੀਂ ਆਏਗੀ। ਤਾਂ ਇੱਕ ਗੱਲ ਇੱਥੇ ਗੌਰ ਦੇ ਨਾਲ ਸਮਝ ਲੈਣਾ ਕਿ ਇੱਥੇ ਬਾਦਸ਼ਾਹੀ ਜਾਂ ਅਮੀਰ ਹੋਣ ਤੋਂ ਵਰਜਿਆ ਨਹੀਂ ਜਾ ਰਿਹਾ ਹੈ। ਅਮੀਰ ਹੋਣਾ ਤੁਹਾਡਾ ਹੱਕ ਹੈ, ਤੁਹਾਡਾ ਫਰਜ਼ ਹੈ। ਗੱਲ ਇਹ ਨਹੀਂ ਕਿ ਕੋਈ ਅਮੀਰ ਹੈ ਜਾਂ ਗਰੀਬ ਹੈ, ਗੱਲ ਇਹ ਹੈ ਕਿ ਉਹਦੀ ਕਮਾਈ ਕਿਸ ਤਰ੍ਹਾਂ ਦੀ ਹੈ, 2 ਨੰਬਰ ਦੀ, ਠੱਗੀ ਦੀ, ਬੇਈਮਾਨੀ ਦੀ। ਇਹ ਗੱਲ ਇਹ ਨਹੀਂ ਕਿ ਕੋਈ ਰਾਜਾ ਹੈ ਜਾਂ ਪ੍ਰਜਾ ਹੈ, ਗੱਲ ਇਹ ਹੈ ਕਿ ਰਾਜਾ ਹੁੰਦਿਆਂ ਹੋਇਆਂ ਉਹਦੇ ਵਿੱਚ ਔਗਣ ਨੇ ਜਾਂ ਗੁਣ ਨੇ, ਪ੍ਰਜਾ ਹੁੰਦਿਆਂ ਹੋਇਆਂ ਉਹਦੇ ਵਿੱਚ ਗੁਣ ਨੇ ਜਾਂ ਔਗਣ ਨੇ, ਇਨਸਾਨੀਅਤ ਕਿਤੇ ਅੰਦਰ। ਜੇ ਇਨਸਾਨੀਅਤ ਨਹੀਂ, ਜੇ ਰੱਬੀ ਗੁਣ ਨਹੀਂ, ਜੇ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ, ਤਾਂ ਫਿਰ ਵੱਡੀਆਂ ਵੱਡੀਆਂ ਬਾਦਸ਼ਾਹੀਆਂ, ਵੱਡੀਆਂ ਵੱਡੀਆਂ ਸਰਦਾਰੀਆਂ, ਵੱਡੀ ਵੱਡੀ ਜ਼ਮੀਨ ਜਾਇਦਾਦ ਆਦਿਕ ਸਾਨੂੰ ਆਤਮਿਕ ਸੁੱਖ, ਮਾਨਸਿਕ ਸ਼ਾਂਤੀ ਨਹੀਂ ਦੇ ਸਕਦੀ। ਸਗੋਂ ਇਹ ਸਾਰਾ ਕੁਝ ਸੁਪਨੇ ਦੀ ਤਰ੍ਹਾਂ ਹੋ ਜਾਂਦਾ ਹੈ ਔਰ ਇਹ ਸਾਰੇ ਦਾ ਸਾਰਾ ਆਖਿਰ ਨਾਸ਼ਵੰਤ ਹੈ ਔਰ ਖਤਮ ਹੋ ਜਾਣ ਵਾਲਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵ ਆਪ ਵਿਚਾਰੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਇਸ ਜੀਵਨ ਨੂੰ ਸਫਲ ਕਰੀਏ, ਆਪਣੇ ਪਰਿਵਾਰਾਂ ਨੂੰ, ਸਮਾਜ ਨੂੰ ਸਵਰਗ ਬਣਾਉਣ ਦਾ ਯਤਨ